ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਭਾਈ ਗੁਰਮੁਖ ਸਿੰਘ ਜੀ ਹਜੂਰੀ ਰਾਗੀ ਬਾਬਾ ਨੰਦ ਸਿੰਘ ਹੋਣਾ ਦੀ, ਉਹਨਾਂ ਨੇ ਇੱਕ ਵਾਰੀ ਦੱਸਿਆ ਕਿ ਇੱਕ ਵਾਰ ਕੀ ਹੋਇਆ ਕਿ ਮੇਰੇ ਅੰਦਰ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਪ੍ਰਤੀ ਇੱਕ ਸ਼ੰਕਾ ਪੈਦਾ ਹੋਇਆ। ਇਹ ਸ਼ੰਕਾ ਉਦੋਂ ਪੈਦਾ ਹੋਇਆ ਜਦੋਂ ਮਹਾਂਪੁਰਖ ਨਾਲ ਝੋਰੜੀ ਬਿਰਾਜਮਾਨ ਸੀਗੇ। ਕਹਿੰਦੇ ਮੈਂ ਇਹ ਤੱਕਿਆ ਕਿ ਬਾਬਾ ਈਸ਼ਰ ਸਿੰਘ ਜੀ ਜਿਹੜੇ ਆ ਇੱਕ ਸਧਾਰਨ ਆਦਮੀਆਂ ਵਾਂਗੂ ਆਮ ਸੰਗਤ ਦੇ ਨਾਲ ਵਰਤਾਰਾ ਕਰਦੇ ਆ, ਉਸ ਤਰ੍ਹਾਂ ਹੀ ਹੱਸਦੇ ਖੇਡਦੇ ਆ ਅਤੇ ਕੋਈ ਖਾਸ ਸੰਗਤ ਦੇ ਨਾਲ ਪ੍ਰਵਚਨ ਵੀ ਨਹੀਂ ਕਰਦੇ ਹੈਗੇ। ਜੋ ਸੋ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਅੰਦਰੋਂ ਫੁਰਨੇ ਦੀਆਂ ਤਰੰਗਾਂ ਉੱਠੀਆਂ ਅਤੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਮੈਨੂੰ ਅੰਦਰ ਆਵਾਜ਼ ਮਾਰੀ, ਕਹਿੰਦੇ ਗੁਰਮੁਖ ਸਿੰਘ ਅੰਦਰ ਆ ਜਾ। ਕਹਿੰਦੇ ਜਦੋਂ ਮੈਂ ਅੰਦਰ ਗਿਆ ਜਾ ਕੇ ਮੱਥਾ ਟੇਕਿਆ, ਬਾਬਾ ਜੀ ਪਾਸ ਬੈਠਾ ਅਤੇ ਬਾਬਾ ਜੀ ਕਹਿੰਦੇ ਮੇਰੇ ਵੱਲ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਅੱਜ ਮਨ ਅੰਦਰ ਕੀ ਫੁਰਨਾ ਬਣਿਆ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਮੈਂ ਹੈਰਾਨ ਵੀ ਹੋ ਗਿਆ ਅਤੇ ਮੈਂ ਜੋ ਫੁਰਨਾ ਬਣਿਆ ਸੀ ਬਾਬਾ ਜੀ ਦੇ ਪ੍ਰਤੀ ਸ਼ੰਕਾ ਦਾ, ਕਹਿੰਦੇ ਮੈਂ ਸੱਚ ਦੱਸ ਦਿੱਤਾ। ਜੋ ਦੱਸਿਆ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਦੇਖ ਆਪਾਂ ਇਕੱਠਿਆਂ ਹੀ ਬਾਬਾ ਨੰਦ ਸਿੰਘ ਹੁਣਾਂ ਦੀ ਸੇਵਾ ਕੀਤੀ, ਇਕੱਠਿਆਂ ਹੀ ਉਹਨਾਂ ਤੋਂ ਨਾਮਦਾਨ ਲਿਆ ਹੈਗਾ ਅਤੇ ਮੈਂ ਤੈਨੂੰ ਇਹ ਗੱਲ ਆਖੀ ਸੀ ਕਿ ਤੂੰ ਸਾਡੇ ਨਾਲ ਰਹੋ, ਪਰ ਤੈਂ ਮੈਨੂੰ ਇਹ ਆਖਿਆ ਸੀਗਾ ਕਿ ਮੇਰੀ ਜਿਹੜੀ ਭਾਵਨਾ ਬਾਬਾ ਨੰਦ ਸਿੰਘ ਤੋਂ ਬਗੈਰ ਕਿਸੇ ਹੋਰ 'ਤੇ ਨਹੀਂ ਬਣਦੀ ਹੈਗੀ। ਅਤੇ ਮੈਂ ਕਿਹਾ ਸੀ ਜੇ ਇਹੋ ਹੀ ਭਾਵਨਾ ਤੁਹਾਡੀ ਆਪਣੀ ਹੈਗੀ ਤਾਂ ਤੁਸੀਂ ਇਸੇ ਭਾਵਨਾ ਨੂੰ ਬਰਕਰਾਰ ਰੱਖੋ। ਅਤੇ ਦੇਖ ਮੈਨੂੰ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਸੰਗਤ ਦੇ ਪ੍ਰੇਮੀ ਹੋਰ ਹੋ ਸਕਦੇ ਆ, ਹੋਰ ਬਹੁਤ ਸਾਰੇ ਸੇਵਕ ਬਾਬਾ ਨੰਦ ਸਿੰਘ ਹੁਣਾਂ ਦੇ ਹੋ ਸਕਦੇ ਆ, ਪਰ ਜਿਹੜਾ ਗੁਰ ਭਾਈ ਹੁੰਦਾ ਉਹ ਬੜੇ ਦੁਰਲੱਭ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈਗਾ। ਸੋ ਤੂੰ ਸਾਡਾ ਗੁਰ ਭਾਈ ਹੈ, ਨਾ ਤੂੰ ਕਿ ਸਾਡਾ ਸੇਵਕ। ਜਦੋਂ ਕਹਿੰਦੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਸੀਗਾ ਅਤੇ ਫਿਰ ਕਹਿੰਦੇ ਵੀ ਮੇਰਾ ਜਿਹੜਾ ਸ਼ੰਕਾ ਸੀਗਾ ਮਹਾਂਪੁਰਖਾਂ ਦੇ ਪ੍ਰਤੀ ਉਹ ਬਿਲਕੁਲ ਕਹਿੰਦੇ ਇੱਕ ਪਾਸੇ ਹੋ ਗਿਆ ਸੀਗਾ। ਅਤੇ ਮਨ ਦੇ ਵਿੱਚ ਕਹਿੰਦੇ ਅੱਜ ਵੀ ਮੇਰੇ ਇਹੋ ਹੀ ਆ ਕਿ ਜਿਹੜਾ ਪ੍ਰੇਮ ਬਾਬਾ ਈਸ਼ਰ ਹੁਣਾਂ ਨੇ ਆਪਣੇ ਸਮੇਂ ਦੇ ਵਿੱਚ ਮੇਰੇ ਨਾਲ ਕੀਤਾ ਸੀਗਾ ਉਹਦੇ ਨਾਲੋਂ ਕਈ ਗੁਣਾ ਵੱਧ ਪ੍ਰੇਮ ਜਦੋਂ ਬਾਬਾ ਈਸ਼ਰ ਸਿੰਘ ਹੁਣਾਂ ਨੇ ਜਦੋਂ ਸੇਵਾ ਸੰਭਾਲੀ ਸੀ ਉਹ ਤੋਂ ਬਾਅਦ ਕੀਤਾ ਸੀਗਾ। ਕਹਿੰਦੇ ਮੈਨੂੰ ਯਾਦ ਆ ਕਿ ਇੱਕ ਵਾਰ ਜਦੋਂ ਬਾਬਾ ਈਸ਼ਰ ਸਿੰਘ ਜੀ ਹਜ਼ੂਰ ਸਾਹਿਬ ਪਹਿਲੀ ਵਾਰ ਗਏ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਬਾਬਾ ਈਸ਼ਰ ਸਿੰਘ ਉਹਨਾਂ ਨੇ ਈਸ਼ਰ ਸਿੰਘ ਗਾਗੜੀਆ ਇੱਕ ਸਿੰਘ ਵਾ, ਕਹਿੰਦੇ ਉਹਨੂੰ ਸਪੈਸ਼ਲ ਮੇਰੇ ਪਾਸ ਭੇਜਿਆ ਸੀਗਾ ਅਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ ਕਿ ਬਾਬਾ ਈਸ਼ਰ ਸਿੰਘ ਹੁਣਾਂ ਨੇ ਤੁਹਾਨੂੰ ਬੁਲਾਇਆ ਹੈਗਾ ਕਿ ਤੁਸੀਂ ਉਹਨਾਂ ਦੇ ਨਾਲ ਹਜ਼ੂਰ ਸਾਹਿਬ ਜਾਣਾ ਹੈਗਾ। ਉਦੋਂ ਫਿਰ ਭਾਈ ਗੁਰਮੁਖ ਸਿੰਘ ਹੁਣਾਂ ਦੀ ਨਵੀਂ ਮੰਗਣੀ ਹੋਈ ਸੀ। ਫਿਰ ਕਹਿੰਦੇ ਕੁਝ ਸਾਲਾਂ ਬਾਅਦ ਜਦੋਂ ਦੂਸਰੀ ਵਾਰੀ ਫਿਰ ਹਜ਼ੂਰ ਸਾਹਿਬ ਦਰਸ਼ਨਾਂ ਵਾਸਤੇ ਬਾਬਾ ਈਸ਼ਰ ਸਿੰਘ ਜੀ ਹੁਣੀ ਗਏ ਸੀ ਤਾਂ ਉਸ ਟਾਈਮ ਕਹਿੰਦੇ ਫਿਰ ਸ਼ੇਰ ਸਿੰਘ ਜਿਹੜਾ ਸੀਗਾ ਸਾਈਕਲਾਂ ਵਾਲਾ ਉਹਨੂੰ ਕਹਿੰਦੇ ਮੇਰੇ ਪਾਸ ਭੇਜਿਆ ਸੀਗਾ ਅਤੇ ਉਹਨੂੰ ਕਿਹਾ ਸੀਗਾ ਕਿ ਤੁਸੀਂ ਬਾਬਾ ਜੀ ਦੇ ਨਾਲ ਖਾਸ ਹਜ਼ੂਰ ਸਾਹਿਬ ਜਾਣਾ ਹੈਗਾ। ਪਰ ਕਹਿੰਦੇ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਮੇਰੀ ਜਿਹੜੀ ਘਰ ਵਾਲੀ ਸੀ ਉਹ ਗਰਭਵਤੀ ਸੀਗੀ ਅਤੇ ਬੱਚਾ ਹੋਣ ਵਾਲਾ ਸੀ। ਮੈਂ ਬਾਬਾ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਹਨਾਂ ਕਾਰਨਾਂ ਕਰਕੇ ਮੈਂ ਜਾ ਨਹੀਂ ਸਕਦਾ। ਅਤੇ ਬਾਬਾ ਈਸ਼ਰ ਸਿੰਘ ਕਹਿਣ ਲੱਗੇ ਗੁਰਮੁਖ ਸਿੰਘ ਜੋ ਵਾਹਿਗੁਰੂ ਕਰੂਗਾ ਚੰਗਾ ਹੀ ਕਰੂਗਾ, ਤੈਨੂੰ ਸਾਡੇ ਨਾਲ ਚੱਲਣਾ ਹੀ ਪੈਣਾ ਹੈਗਾ। ਕਹਿੰਦੇ ਐਸਾ ਪ੍ਰੇਮ ਦਿਖਾ ਲਿਆ ਸੀਗਾ। ਫਿਰ ਮੈਂ ਹਜ਼ੂਰ ਸਾਹਿਬ ਗਿਆ ਸੀਗਾ, ਪਰ ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਘਰ ਵਾਲੀ ਦੇ ਲੜਕਾ ਹੋਇਆ ਸੀ ਪਹਿਲਾਂ, ਪਰ ਅੱਧੇ ਘੰਟੇ ਬਾਅਦ ਉਹ ਸੁਰਗਵਾਸ ਹੋ ਗਿਆ ਸੀਗਾ। ਇਹਦਾ ਜਿਹੜਾ ਕਹਿੰਦੇ ਮੈਨੂੰ ਸਦਮਾ ਲੱਗਾ ਸੀ ਬੜਾ, ਅਤੇ ਮੈਂ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਦੱਸਿਆ ਸੀ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਜੋ ਹੁੰਦਾ ਹੈਗਾ ਉਹ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੁੰਦਾ ਹੈਗਾ। ਸੋ ਜੋ ਵਾਹਿਗੁਰੂ ਕਰਦਾ ਚੰਗਾ ਹੀ ਕਰਦਾ ਹੈਗਾ। ਕਹਿੰਦੇ ਇਸ ਤਰ੍ਹਾਂ ਕਹਿ ਕੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਸਾਨੂੰ ਧਰਵਾਸ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਕਹਿੰਦੇ ਕੀ ਹੋਇਆ ਕਿ ਜਦੋਂ ਇਹ ਜਿਹੜੀ ਸੇਵਾ ਸੀ ਚੱਲਦੀ ਰਹੀ ਆ ਕੁਛ ਟਾਈਮ, ਅਤੇ ਇੱਕ ਦਿਨ ਮੈਨੂੰ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਕੀ ਗੱਲ ਹੈ, ਮੈਂ ਦੇਖ ਰਿਹਾ ਕਿ ਤੂੰ ਕਾਫੀ ਚਿਰ ਦਾ ਉਦਾਸ ਰਹਿੰਦਾ ਹੈਗਾ, ਕੋਈ ਗੱਲ ਸਾਂਝੀ ਨਹੀਂ ਕਰਦਾ। ਅਗਰ ਕੋਈ ਤਕਲੀਫ ਹੈਗੀ ਆ, ਕੋਈ ਐਸੀ ਗੱਲ ਹੈਗੀ ਤੂੰ ਸਾਨੂੰ ਦੱਸ, ਸਾਡੇ ਨਾਲ ਗੱਲ ਸਾਂਝੀ ਕਰ। ਜਦੋਂ ਕਹਿੰਦੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਬੜੇ ਪ੍ਰੇਮ ਦੇ ਨਾਲ ਸਾਨੂੰ ਇਹ ਗੱਲ ਆਖੀ ਸੀ ਅਤੇ ਕਹਿੰਦੇ ਮੈਂ ਬਾਬਾ ਜੀ ਨੂੰ ਇਹ ਗੱਲ ਕਹਿਤੀ ਕਿ ਮਹਾਂਪੁਰਖੋ ਜਦੋਂ ਮੇਰੀ ਸ਼ਾਦੀ ਹੋਈ ਸੀ ਪਹਿਲਾਂ ਲੜਕਾ ਹੋਇਆ ਸੀਗਾ ਪਰ ਉਹ ਸੁਰਗਵਾਸ ਹੋ ਗਿਆ ਸੀ। ਉਸ ਤੋਂ ਬਾਅਦ ਹੁਣ 4-5 ਸਾਲ ਹੋ ਗਏ ਆ, ਕੋਈ ਘਰ ਦੇ ਵਿੱਚ ਔਲਾਦ ਨਹੀਂ ਹੋਈ, ਕੋਈ ਬੱਚਾ ਨਹੀਂ ਹੋਇਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਦੇਖ ਗੁਰਮੁਖ ਸਿੰਘ ਅਗਰ ਬੱਚਾ ਰੋਵੇਗਾ ਨਹੀਂ ਤਾਂ ਮਾਂ ਦੁੱਧ ਕਿਵੇਂ ਦੇਊਗੀ। ਅਗਰ ਐਸੀ ਗੱਲ ਸੀ ਤਾਂ ਤੂੰ ਸਾਡੇ ਨਾਲ ਗੱਲ ਪਹਿਲਾਂ ਸਾਂਝੀ ਕਰਨੀ ਸੀ। ਖੈਰ ਕਹਿੰਦੇ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਅਗਲੇ ਸਾਲ ਤੇਰੇ ਲੜਕਾ ਹੋ ਜਾਊਗਾ। ਕਹਿੰਦੇ ਜਦੋਂ ਬਾਬਾ ਈਸ਼ਰ ਸਿੰਘ ਹੁਣਾਂ ਨੇ ਮੈਨੂੰ ਇਹ ਵਰਦਾਨ ਦੇ ਦਿੱਤਾ ਅਤੇ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਮੇਰੇ ਮਨ 'ਚ ਬੜੀ ਪ੍ਰਸੰਨਤਾ ਹੋਈ। ਮਹਾਂਪੁਰਖਾਂ ਦਾ ਬਚਨ ਸੱਤ ਹੋਇਆ। ਅਗਲੇ ਸਾਲ ਕਹਿੰਦੇ ਫਿਰ ਸਾਡੇ ਲੜਕਾ ਹੋਇਆ। ਜਦ ਲੜਕਾ ਹੋਇਆ ਮੈਂ ਮੇਰੇ ਘਰੋਂ ਬਾਕੀ ਪਰਿਵਾਰ ਦੇ ਸਾਰੇ ਕੁਛ ਭੇਟਾ ਲੈ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਪਹੁੰਚੇ
ਤੇ ਮਨ ਵਿੱਚ ਇਹ ਕੀਤਾ ਕਿ ਅਸੀਂ ਹੈ ਨਾ ਬੱਚੇ ਦਾ ਨਾਮ ਵੀ ਰਖਾ ਲਈਏ। ਅਸੀਂ ਕਹਿੰਦੇ ਭੇਟਾ ਕੀਤੀ, ਤਾਂ ਜਦੋਂ ਭੇਟਾ ਬਾਬਾ ਜੀ ਦੇ ਚਰਨਾਂ 'ਚ ਅਰਪਣ ਕੀਤੀ ਤਾਂ ਬੱਚੇ ਬਾਰੇ ਨਾਮ ਪੁੱਛਿਆ, ਤੇ ਬਾਬਾ ਜੀ ਨੇ ਕਹਿੰਦੇ ਸਾਡੇ ਬੱਚੇ ਵੱਲ ਦੇਖ ਕੇ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਇਹਦਾ ਨਾਮ ਅਸੀਂ ਅੱਜ ਨਹੀਂ ਰੱਖਣਾ, ਕੱਲ੍ਹ ਰੱਖਾਂਗੇ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਅਸੀਂ ਫਿਰ ਵਾਪਸ ਆਏ, ਅਗਲੇ ਦਿਨ ਫਿਰ ਗਏ, ਤੇ ਜਦ ਫਿਰ ਬੱਚੇ ਦੇ ਨਾਮ ਬਾਰੇ ਪਤਾ ਕੀਤਾ ਤਾਂ ਬਾਬਾ ਜੀ ਕਹਿਣ ਲੱਗੇ, ਲਓ ਕਹਿੰਦੇ ਰਾਤੀ ਸਾਨੂੰ ਯਾਦ ਨਹੀਂ ਰਿਹਾ, ਤੇ ਤੁਸੀਂ ਇਸ ਤਰ੍ਹਾਂ ਕਰੋ, ਕੱਲ੍ਹ ਆ ਜਾਓ, ਕੱਲ੍ਹ ਨਾਮ ਅਸੀਂ ਇਸ ਬੱਚੇ ਦਾ ਰੱਖਾਂਗੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਗੁਰਮੁਖ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ, ਨਾਮ ਹੀ ਰੱਖਣਾ ਹੈਗਾ, ਕੋਈ ਰੱਖ ਦਿਓ ਜਿਹੜਾ ਤੁਹਾਡੇ ਹੈ ਨਾ ਮਨ ਚਿੱਤ 'ਚ ਆਉਂਦਾ। ਜਦੋਂ ਭਾਈ ਗੁਰਮੁਖ ਸਿੰਘ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹ ਗੱਲ ਕਹੀ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਗੁਰਮੁਖ ਸਿੰਘ, ਅਗਰ ਕੋਈ ਹੋਰ ਹੋਵੇ ਨਾ ਤਾਂ ਫਿਰ ਅਸੀਂ ਜਿਹੜਾ ਨਾਮ ਹੈਗਾ ਉਹ ਆਪਣੀ ਮਰਜ਼ੀ ਨਾਲ ਰੱਖ ਸਕਦੇ ਹਾਂ, ਪਰ ਕਿਉਂਕਿ ਤੇਰੇ ਨਾਲ ਸਾਡਾ ਖਾਸ ਪ੍ਰੇਮ ਆ, ਤੂੰ ਸਾਡਾ ਗੁਰ ਭਾਈ ਆ, ਇਸ ਕਰਕੇ ਤੇਰੇ ਬੱਚੇ ਦਾ ਨਾਮ ਅਸੀਂ ਬਾਬਾ ਨੰਦ ਸਿੰਘ ਹੁਣਾਂ ਤੋਂ ਪੁੱਛ ਕੇ ਰੱਖਾਂਗੇ। ਜਦੋਂ ਕਹਿੰਦੇ ਇੰਨੀ ਗੱਲ ਹੋਈ ਫਿਰ ਭਾਈ ਗੁਰਮੁਖ ਸਿੰਘ ਕਹਿੰਦੇ ਵੀ ਅਸੀਂ ਚੁੱਪ ਕਰ ਗਏ, ਤੇ ਮਨ ਵਿੱਚ ਬੜੇ ਪ੍ਰਸੰਨ ਵੀ ਹੋਏ ਆ। ਪਰ ਅਗਲੇ ਦਿਨ ਗਏ ਤੇ ਜਦ ਅਗਲੇ ਦਿਨ ਪਹੁੰਚੇ ਆ ਤਾਂ ਪਤਾ ਲੱਗਾ ਵੀ ਬਾਬਾ ਈਸ਼ਰ ਸਿੰਘ ਜੀ ਸਰੋਵਰ 'ਤੇ ਇਸ਼ਨਾਨ ਕਰਨ ਗਏ ਆ। ਕਹਿੰਦੇ ਸਰੋਵਰ ਦੇ ਕੋਲ ਪਹੁੰਚੇ ਆ ਤਾਂ ਬਾਬਾ ਈਸ਼ਰ ਸਿੰਘ ਜੀ ਸਰੋਵਰ 'ਚ ਇਸ਼ਨਾਨ ਕਰ ਰਹੇ ਸੀ, ਤੇ ਅਸੀਂ ਕਹਿੰਦੇ ਜਾ ਕੇ ਹਜੇ ਮੱਥਾ ਹੀ ਟੇਕਿਆ, ਦੂਰੋਂ ਸਰੋਵਰ ਦੇ ਵਿੱਚੋਂ ਹੀ ਬਾਹਰ ਖੜਿਆ ਨੇ, ਤੇ ਬਾਬਾ ਜੀ ਕਹਿੰਦੇ ਉਸੇ ਟਾਈਮ ਮੂੰਹੋਂ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ, ਆਪਣੇ ਬੱਚੇ ਦਾ ਨਾਮ ਭਗਤ ਸਿੰਘ ਰੱਖ ਦਿਓ। ਬਸ ਕਹਿੰਦੇ ਇਹ ਵਚਨ ਹੋਇਆ ਤੇ ਬਸ ਫਿਰ ਅਸੀਂ ਆਪਣੇ ਬੱਚੇ ਦਾ ਨਾਮ ਭਗਤ ਸਿੰਘ ਰੱਖ ਦਿੱਤਾ। ਜਦੋਂ ਕਹਿੰਦੇ ਅਸੀਂ ਬੱਚੇ ਦਾ ਨਾਮ ਭਗਤ ਸਿੰਘ ਰੱਖਿਆ ਤੇ ਫਿਰ ਕਹਿੰਦੇ ਅਸੀਂ ਹੈ ਨਾ ਵਾਪਸ ਆਪਣੇ ਘਰ ਆ ਗਏ। ਜਦ ਘਰ ਆ ਗਏ ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਹੈ ਨਾ ਫਿਰ ਦੁਬਾਰਾ ਜਦ ਝੋਰੜੀ ਆਏ ਆ, ਤੇ ਅਸੀਂ ਵੀ ਹੈ ਨਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉੱਥੇ ਝੋਰੜੀ ਪਹੁੰਚੇ। ਜਦ ਦਰਸ਼ਨ ਵਾਸਤੇ ਉੱਥੇ ਝੋਰੜੀ ਪਹੁੰਚੇ ਤੇ ਉੱਥੇ ਭੀੜ ਬੜੀ ਸੀਗੀ ਬਾਬਾ ਜੀ ਦੇ ਆਲੇ ਦੁਆਲੇ, ਤੇ ਭਾਈ ਗੁਰਮੁਖ ਸਿੰਘ ਕਹਿੰਦੇ ਵੀ ਅਸੀਂ ਭੀੜ ਤੋਂ ਨਾ ਪਿੱਛੇ ਹੋ ਕੇ ਖੜੇ ਹੋ ਗਏ। ਜਦ ਪਿੱਛੇ ਹੋ ਕੇ ਖੜੇ ਹੋਏ ਤਾਂ ਬਾਬਾ ਈਸ਼ਰ ਸਿੰਘ ਜੀ ਉਹਨਾਂ ਟਾਈਮਾਂ 'ਚ ਕਾਰ 'ਚ ਬੈਠੇ ਸੀਗੇ, ਤੇ ਕਹਿੰਦੇ ਕਾਰ 'ਚ ਬੈਠਿਆਂ ਮੈਨੂੰ ਦੂਰੋਂ ਆਵਾਜ਼ ਦਿੱਤੀ, ਕਹਿੰਦੇ ਗੁਰਮੁਖ ਸਿੰਘ ਪਿੱਛੇ ਕਾਹਨੂੰ ਖੜਾ ਹੈ, ਅੱਗੇ ਆ ਜਾ। ਕਹਿੰਦੇ ਨੇ ਕਹਿਣ ਦੀ ਢੇਰ ਆ, ਸੰਗਤ ਨੇ ਰਸਤਾ ਛੱਡ ਦਿੱਤਾ, ਤੇ ਭਾਈ ਗੁਰਮੁਖ ਸਿੰਘ ਕਹਿੰਦੇ ਅਸੀਂ ਜਿਹੜੇ ਸੀਗੇ ਕੋਲ ਸਾਡੇ ਆਪਣਾ ਲੜਕਾ ਸੀਗਾ ਜਿਹਦਾ ਨਾਮ ਬਾਬਾ ਜੀ ਨੇ ਭਗਤ ਸਿੰਘ ਰੱਖਿਆ ਸੀਗਾ, ਉਹ ਬੱਚਾ ਕਹਿੰਦੇ ਮੈਂ ਜਿਹੜਾ ਸੀਗਾ ਆਪਣੀ ਘਰ ਬਣੀ ਜਦੋਂ ਫੜਾਉਣ ਲੱਗਾ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਚੂਹੇ ਚੰਬੜ ਨੂੰ ਵੀ ਹੈ ਨਾ ਆਪਣੇ ਨਾਲ ਲਿਆ, ਕੋਈ ਗੱਲ ਨਹੀਂ। ਕਹਿੰਦੇ ਨੇ ਕਹਿਣ ਦੀ ਢੇਰ ਸੀ ਤੇ ਮੈਂ ਜਿਹੜਾ ਸੀ ਬੱਚਾ ਆਪਣਾ ਉਹ ਵੀ ਨਾਲ ਲੈ ਆ। ਤੇ ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਤੂੰ ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠ ਜਾ। ਕਹਿੰਦੇ ਮੈਂ ਆਪਣੇ ਬੱਚੇ ਨੂੰ ਨਾ ਪਿਛਲੀ ਸੀਟ 'ਤੇ ਲੈ ਕੇ ਨਾ ਬੈਠ ਗਿਆ। ਕਹਿੰਦੇ ਇੱਕ ਦਿਨ ਦਾ ਪ੍ਰੋਗਰਾਮ ਸੀਗਾ ਪਰ ਉੱਥੇ 2-3 ਦਿਨ ਲੱਗ ਗਏ। ਇਸ ਤਰ੍ਹਾਂ ਕਹਿੰਦੇ ਇਹ ਸੇਵਾ ਜਿਹੜੀ ਸੀ ਚੱਲਦੀ ਰਹੀ। ਉਸ ਤੋਂ ਬਾਅਦ ਘਰ ਗ੍ਰਸਤੀ ਚੱਲੀ ਆ। ਇਸ ਲੜਕੇ ਤੋਂ ਬਾਅਦ ਘਰ ਦੇ ਵਿੱਚ ਇੱਕ ਲੜਕੀ ਹੋਈ। ਉਸ ਤੋਂ ਬਾਅਦ ਫਿਰ ਕਹਿੰਦੇ ਕੁਛ ਆਪਣੇ ਸਾਲ ਬਾਅਦ ਫਿਰ ਇੱਕ ਦੂਸਰੀ ਲੜਕੀ ਹੋਈ। ਜਦ ਦੂਸਰੀ ਲੜਕੀ ਹੋਈ ਤਾਂ ਪਹਿਲਾ ਬੱਚਾ ਜਿਹੜਾ ਭਗਤ ਸਿੰਘ ਸੀ ਥੋੜ੍ਹਾ ਜਿਹਾ ਕਹਿੰਦੇ ਸਿਆਣਾ ਹੋ ਗਿਆ ਤੇ ਬਾਬਾ ਜੀ ਦੇ ਪਾਸ ਜਿਹੜਾ ਸੀ ਜ਼ਿਆਦਾ ਆਉਂਦਾ ਜਾਂਦਾ ਰਹਿੰਦਾ ਸੀ। ਇੱਕ ਦਿਨ ਕਹਿੰਦੇ ਆਪ ਹੀ ਹੈ ਨਾ ਬਾਬਾ ਜੀ ਨੂੰ ਕਹਿਣ ਲੱਗਾ, ਭਗਤ ਸਿੰਘ ਮੇਰਾ ਬੇਟਾ, ਕਹਿੰਦਾ ਬਾਬਾ ਜੀ ਸਾਨੂੰ ਤੁਸੀਂ ਹੈ ਨਾ ਇੱਕ ਮੁੰਡਾ ਦਿਓ। ਜਦੋਂ ਕਹਿੰਦੇ ਵੀ ਉਹ ਤੋਤਲੀ ਬੋਲੀ 'ਚ ਬੋਲਿਆ ਕਿ ਤੁਸੀਂ ਸਾਨੂੰ ਇੱਕ ਮੁੰਡਾ ਦੇ ਦਿਓ, ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਚੰਬੜ ਮੁੰਡਾ ਤਾਂ ਤੈਨੂੰ ਐਸਾ ਦੇਵਾਂਗੇ ਜਿਹੜਾ ਤੈਨੂੰ ਜਹਾਜ਼ਾਂ 'ਚ ਸੈਰ ਕਰਾਊਗਾ। ਜਦ ਇੰਨੀ ਗੱਲ ਹੋਈ ਆ ਤੇ ਕਹਿੰਦੇ ਵੀ ਸਾਰੇ ਜਾਣੇ ਜਿਹੜੇ ਸੀ ਬਾਬਾ ਜੀ ਦੇ ਸਤਸੰਗੀ ਇਹ ਸੁਣ ਕੇ ਹੋਰ ਵੀ ਹੱਸ ਪਏ ਤੇ ਬਾਬਾ ਜੀ ਚਲੇ ਗਏ। ਉਸ ਤੋਂ ਬਾਅਦ ਕਹਿੰਦੇ ਵੀ ਕੀ ਹੋਇਆ, ਉਹ ਤੋਂ ਬਾਅਦ ਫਿਰ ਸਾਡੇ ਇੱਕ ਲੜਕੀ ਹੋਈ। ਜਦ ਲੜਕੀ ਹੋਈ ਤੇ ਚੰਬੜ ਜਿਹੜਾ ਸੀਗਾ ਕਿ ਕਹਿੰਦੇ ਮੇਰਾ ਬੇਟਾ ਉਹ ਤਾਂ ਬਾਬਾ ਈਸ਼ਰ ਸਿੰਘ ਨਾਲ ਬੜਾ ਪ੍ਰੇਮ ਸੀਗਾ। ਇਹ ਕਹਿੰਦੇ ਬਾਬਾ ਜੀ ਦੇ ਪਾਸ ਜਿਹੜਾ ਸੀਗਾ ਉਹ ਅਕਸਰ ਆਉਂਦਾ ਜਾਂਦਾ ਰਹਿੰਦਾ ਸੀਗਾ। ਜਦੋਂ ਕਹਿੰਦੇ ਵੀ ਲੜਕੀ ਹੋਈ ਤਾਂ ਚੰਬੜ ਬਾਬਾ ਜੀ ਦੇ ਪਾਸ ਚਲੇ ਗਿਆ। ਤੇ ਉਸ ਟਾਈਮ ਹੈ ਨਾ ਬਾਬਾ ਜੀ ਦਾ ਇੱਕ ਦੀਵਾਨ ਜਿਹੜਾ ਸੀ ਜਗਰਾਉਂ ਲੱਗਦਾ ਸੀ। ਜਦ ਬਾਬਾ ਜੀ ਜਿਹੜੇ ਸੀ ਹੈ ਨਾ ਤੇ ਉਸ ਦੀਵਾਨ 'ਚ ਪਹੁੰਚੇ, ਸ਼ਾਮ ਦਾ ਟਾਈਮ ਸੀ, ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀਗਾ ਤੇ ਉਸ ਟਾਈਮ ਡੋਗਰ ਮਾਲਕ ਬਾਣੀਏ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਬਚਨ ਕਰ ਰਹੇ ਸੀ। ਜਦ ਆਪਣੇ ਬਚਨਾਂ ਦੇ ਵਿੱਚ ਮਸਤ ਸੀ ਤੇ ਕੋਲ ਹੀ ਮੇਰਾ ਬੇਟਾ ਕਹਿੰਦੇ ਚਿੰਬੜ ਜਿਹਨੂੰ ਬਾਬਾ ਜੀ ਬੜੇ ਪ੍ਰੇਮ ਨਾਲ ਬੁਲਾਉਂਦੇ ਸੀਗੇ, ਕਹਿਣ ਲੱਗਾ ਬਾਬਾ ਜੀ ਅਸੀਂ ਮੰਗਿਆ ਤਾਂ ਤੁਹਾਡੇ ਤੋਂ ਮੁੰਡਾ ਸੀਗਾ ਪਰ ਤੁਸੀਂ ਸਾਨੂੰ ਦੇ ਦਿੱਤੀ ਤੂੜੀ। ਜਦ ਇੰਨੀ ਗੱਲ ਹੋਈ ਤੇ ਕਹਿੰਦੇ ਬਾਬਾ ਈਸ਼ਰ ਸਿੰਘ ਹੁਣ ਦਾ ਧਿਆਨ ਜਿਹੜਾ ਸੀਗਾ ਕਹਿੰਦੇ ਮੇਰੇ ਲੜਕੇ ਭਗਤ ਸਿੰਘ ਵੱਲ ਗਿਆ। ਕਹਿਣ ਲੱਗੇ ਚਿੰਬੜਾ ਕੀ ਕਹਿੰਦਾ ਹੈਗਾ। ਕਹਿੰਦੇ ਫਿਰ ਮੇਰਾ ਲੜਕਾ ਕਹਿਣ ਲੱਗਾ, ਕਹਿੰਦਾ ਬਾਬਾ ਜੀ ਅਸੀਂ ਮੰਨਿਆ ਤਾਂ ਸੀ ਮੁੰਡਾ ਪਰ ਤੁਸੀਂ ਸਾਨੂੰ ਦੇ ਦਿੱਤੀ ਤੂੜੀ। ਕਹਿੰਦੇ ਜਦ ਤੋਤਲੀ ਬੋਲੀ ਦੇ ਵਿੱਚ ਮੇਰੇ ਲੜਕੇ ਨੇ ਗੱਲ ਕਹੀ ਤਾਂ ਬਾਬਾ ਈਸ਼ਰ ਸਿੰਘ ਜੀ ਬੜੇ ਖੜਖੜਾ ਕੇ ਹੱਸੇ। ਕਹਿਣ ਲੱਗੇ ਚੱਲ ਦੀਵਾਨ ਦੇ ਵਿੱਚ ਚੱਲੀਏ। ਕਹਿੰਦੇ ਦੀਵਾਨ 'ਚ ਗਏ। ਸੰਗਤ ਜਿਹੜੀ ਸੀ ਕਿ ਸਾਰੀ ਉੱਠ ਕੇ ਖੜੀ ਹੋ ਗਈ ਤੇ ਉਸ ਤੋਂ ਬਾਅਦ ਕਹਿੰਦੇ ਬਾਬਾ ਜੀ ਨੇ ਬੈਠਣ ਦਾ ਇਸ਼ਾਰਾ ਕੀਤਾ, ਸਾਰੀ ਸੰਗਤ ਸੱਜ ਗਈ। ਤੇ ਬਾਬਾ ਜੀ ਮੇਰੇ ਲੜਕੇ ਨੂੰ ਕਹਿਣ ਲੱਗੇ, ਕਹਿੰਦੇ ਚੰਬੜਾ ਜੋ ਬਾਹਰ ਗੱਲ ਕਹੀ ਸੀ ਸਾਰੀ ਸੰਗਤ ਨੂੰ ਸੁਣਾ। ਜਦ ਇੰਨੀ ਗੱਲ ਹੋਈ ਤੇ ਕਹਿੰਦੇ ਮੇਰੇ ਲੜਕੇ ਚੰਬੜ ਨੇ ਸੰਗਤ ਦੇ ਵਿੱਚ ਭਰੇ ਦੀਵਾਨ ਦੇ ਵਿੱਚ ਇਹ ਗੱਲ ਕਹਿਤੀ ਕਿ ਬਾਬਾ ਜੀ ਅਸੀਂ ਮੰਨਿਆ ਤਾਂ ਤੁਹਾਡੇ ਤੋਂ ਮੁੰਡਾ ਸੀਗਾ ਪਰ ਤੁਸੀਂ ਸਾਨੂੰ ਦੇ ਦਿੱਤੀ ਤੂੜੀ। ਜਦ ਇੰਨੀ ਗੱਲ ਹੋਈ ਇਹ ਗੱਲ ਸੁਣ ਕੇ ਸਾਰੀ ਸੰਗਤ ਦੇ ਵਿੱਚ ਹਾਸਾ ਪੈ ਗਿਆ
ਤੇ ਬਾਬਾ ਈਸ਼ਰ ਸਿੰਘ ਜੀ ਬੜੇ ਪ੍ਰਸੰਨ ਹੋਏ। ਇਸ ਵਜ੍ਹਾ ਤੋਂ ਇੰਨੇ ਪ੍ਰਸੰਨ ਹੋਏ ਕਿ ਅਕਸਰ ਹੈ ਨਾ ਰੋਜ਼ ਹੀ ਮੇਰਾ ਲੜਕਾ ਭਗਤ ਸਿੰਘ, ਜਿਹਨੂੰ ਬਾਬਾ ਜੀ ਤਿੰਬੜ ਕਹਿੰਦੇ ਸੀ, ਇਸ ਨੂੰ ਹੈ ਨਾ ਰੋਜ਼ ਦੀਵਾਨ 'ਤੇ ਕਹਿਣਾ ਕਿ ਸਾਨੂੰ ਉਹੀ ਗੱਲ ਸੁਣਾ ਕਿ ਅਸੀਂ ਮੰਗਿਆ ਤਾਂ ਮੁੰਦਾ ਤੁਸੀਂ ਦੇ ਦਿੱਤੀ ਤੂੜੀ। ਇਹ ਗੱਲ ਜਿਹੜੀ ਸੀ ਬੜੇ ਹਾਸੇ ਦੇ ਵਿੱਚ ਪੈ ਜਾਣੀ। ਅਤੇ ਇਸ ਗੱਲ ਜਿਹੜੀ ਸੀ ਇੰਨੀ ਜ਼ਿਆਦਾ ਪ੍ਰਬਲ ਹੋ ਗਈ ਦੀਵਾਨ ਦੇ ਵਿੱਚ ਕਿ ਇੱਕ ਭਾਈ ਦਾਨ ਸਿੰਘ ਹੋਇਆ ਮਣੂਕੇ ਵਾਲੇ, ਉਹਨਾਂ ਨੇ ਇਸ ਉੱਤੇ ਇੱਕ ਕਵਿਤਾ ਹੀ ਲਿਖ ਮਾਰੀ। ਜਦ ਕਵਿਤਾ ਲਿਖ ਮਾਰੀ ਅਤੇ ਫਿਰ ਇਹ ਜਿਹੜੀ ਕਵਿਤਾ ਸੀਗੀ ਇਹ ਫਿਰ ਜਿਹੜੀ ਸੰਗਤ ਨੂੰ ਸੁਣਾਈ ਅਤੇ ਸੰਗਤ ਦੇ ਵਿੱਚ ਬੜੇ ਹਾਸੇ ਪੈਣੇ। ਇਸ ਕਵਿਤਾ ਦੇ ਜਿਹੜੇ ਬੋਲ ਸੀ ਬੜੇ ਨਿਆਰੇ ਸੀ, ਇਹਨਾਂ ਨੇ ਲਿਖੇ। ਉਹਦੇ ਵਿੱਚ ਲਿਖਿਆ ਸੀ ਕਿ ਲੀਲਾ ਤੇਰੀ ਬਾਬਾ ਜੀ ਹੈ ਜਗ ਤੋਂ ਨਿਆਰੀ, ਮੁੰਡਾ ਮੰਗਿਆ ਚਿੰਬੜ ਨੇ ਉੱਥੇ ਕੁੜੀ ਖਿਲਾਰੀ। ਸੋ ਇਹ ਜਿਹੜਾ ਕਵਿਤਾ ਸੀ ਬਾਬਾ ਜੀ ਰੋਜ਼ ਸੁਣਦੇ ਹੁੰਦੇ ਸੀ। ਇੱਕ ਵਾਰੀ ਕਹਿੰਦੇ ਮੇਰੇ ਲੜਕਾ ਰਾਗੀਆਂ ਦੇ ਨਾਲ ਇੱਕ ਤੂੰਬੀ ਦੁਕਾਨ ਤੋਂ ਲਾਇਆ, ਇੱਕ ਤਾਰ ਵਾਲੀ ਮੁੱਲ ਜਾਂ ਤੂੰਬੀ ਲਿਆਂਦੀ। ਅਤੇ ਕਹਿੰਦੇ ਬਾਬਾ ਈਸ਼ਰ ਸਿੰਘ ਉਹਨਾਂ ਨੇ ਪੁੱਛਿਆ, ਕਹਿੰਦੇ ਚੰਬੜਾ ਤਾਂ ਇਹ ਤੂੰਬੀ ਕਿੱਥੋਂ ਲਈ? ਕਹਿੰਦੇ ਦੁਕਾਨ ਤੋਂ। ਕਹਿੰਦੇ ਅੱਛਾ ਕਿ ਤੂੰਬੀ ਲਈ ਤਾਂ ਸਾਨੂੰ ਉਹ ਕਵਿਤਾ ਸੁਣਾ। ਕਹਿੰਦੇ ਇਹ ਜਿਹੜੀ ਕਵਿਤਾ ਸੀਗੀ ਭਾਈ ਦਾਨ ਸਿੰਘ ਵਾਲੀ, ਕਹਿੰਦੇ ਮੇਰੇ ਲੜਕੇ ਨੇ ਸੁਣਾਈ। ਅਤੇ ਬਾਬਾ ਜੀ ਕਹਿਣ ਲੱਗੇ ਇਸ ਤੋਂ ਬਾਅਦ ਵੀ ਕੋਈ ਹੋਰ ਕਵਿਤਾ ਸੁਣਾ। ਅਤੇ ਇੱਕ ਕਵਿਤਾ ਹੈ ਨਾ ਬਾਬਾ ਈਸ਼ਰ ਸਿੰਘ ਉਹਨਾਂ ਦੇ ਪ੍ਰੇਮ ਦੇ ਵਿੱਚ ਕਿਸੇ ਪ੍ਰੇਮੀ ਨੇ ਲਿਖੀ ਸੀ, ਉਹ ਕਵਿਤਾ ਵੀ ਜਿਹੜੀ ਸੀਗੀ ਹੈ ਨਾ ਕਹਿੰਦੇ ਮੇਰੇ ਲੜਕੇ ਨੇ ਸੁਣਾਈ ਸੀ। ਜਦ ਸੁਣਾਈ ਸੀ ਤਾਂ ਬਾਬਾ ਜੀ ਬੜੇ ਪ੍ਰਸੰਨ ਹੋਏ। ਇੱਕ ਦਿਨ ਕਹਿੰਦੇ ਮੇਰੇ ਲੜਕੇ ਹੈ ਨਾ ਚਿੰਬੜ ਨੂੰ ਬਾਬਾ ਜੀ ਆਪ ਕਹਿਣ ਲੱਗੇ, ਕਹਿੰਦੇ ਵੀ ਚਿੰਬੜਾ ਅਸੀਂ ਹੁਣ ਤੈਨੂੰ ਹੈ ਨਾ ਇੱਥੇ ਨਾਨਕਸਰ ਕਲੇਰੀ ਨਾਲ ਲਾਗੇ ਲੈ ਆਉਣਾ। ਕਹਿੰਦੇ ਇੰਨੀ ਗੱਲ ਕਹਿਣ ਦੀ ਢੇਰ ਸੀ, ਉਹ ਬੱਚਾ ਸੀ ਕੋਈ ਸਮਝਿਆ ਨਹੀਂ। ਪਰ ਮੈਨੂੰ ਗੁਰਮੁਖ ਸਿੰਘ ਨੂੰ ਕਹਿੰਦੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਇਸ ਤਰ੍ਹਾਂ ਕਰ, ਸਟੇਸ਼ਨ ਦੇ ਲਾਗੇ ਇੱਕ ਜਗ੍ਹਾ ਖਰੀਦ ਲੈ, ਖਰੀਦ ਕੇ ਨਾ ਇੱਥੇ ਮਕਾਨ ਬਣਾ ਲਾ ਅਤੇ ਉਹ ਜਿਹੜਾ ਇਲਾਕਾ ਜਗਰਾਉਂ ਵਾਲਾ ਉਹ ਛੱਡ ਕੇ ਇੱਥੇ ਆ ਜਾ। ਕਹਿੰਦੇ ਜਦੋਂ ਇੰਨੀ ਕਹਿਣ ਦੀ ਢੇਰ ਸੀ ਅਤੇ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਕਿ ਮੇਰੇ ਮਨ 'ਚ ਆਇਆ ਵੀ ਬਾਬਾ ਜੀ ਨੇ ਕਿੱਥੇ ਜੰਗਲ ਬੀਆਬਾਨ ਵਿੱਚ ਮੈਨੂੰ ਰਹਿਣ ਵਾਸਤੇ ਕਹਿ ਦਿੱਤਾ ਹੈਗਾ। ਉੱਥੇ ਤਾਂ ਦਰਅਸਲ ਗੱਲ ਇਹ ਹੈਗੀ ਆ ਕਿ ਉੱਥੇ ਜਿਹੜਾ ਜਗਰਾਮਾ ਹੈਗਾ 3-4 ਮੀਲ ਦਾ ਫੈਸਲਾ ਹੈਗਾ, ਹਰੇਕ ਚੀਜ਼ ਉੱਥੋਂ ਮਿਲਦੀ ਆ। ਦੁਕਾਨਦਾਰੀ ਕਰਨੀ, ਕੋਈ ਚੀਜ਼ ਖਰੀਦਣੀ ਆ ਤਾਂ ਅਸੀਂ 3-4 ਮੀਲ ਦੂਰ ਜਾਵਾਂਗੇ, ਬੜਾ ਔਖਾ ਹੈਗਾ। ਪਰ ਕਹਿੰਦੇ ਫਿਰ ਬਾਬਾ ਈਸ਼ਰ ਸਿੰਘ ਉਹਨਾਂ ਨੇ ਮੈਨੂੰ 2-3 ਵਾਰੀ ਜਿਹੜਾ ਸੀਗਾ ਇਹ ਵਚਨ ਕਹੇ ਕਿ ਤੂੰ ਇੱਥੇ ਜਗ੍ਹਾ ਖਰੀਦ ਲੈ, ਚੰਗਾ ਰਹੂੰਗਾ। ਕਹਿੰਦੇ ਕਹਿਣ ਦੀ ਦੇਰ ਸੀ, ਚਲੋ ਕਹਿੰਦੇ ਮੇਰੇ ਮਨ ਦੇ ਵਿੱਚ ਆਈ ਵੀ ਚੱਲ ਠੀਕ ਆ। ਅਤੇ ਮੈਂ ਕਹਿੰਦੇ ਫਿਰ ਹੈ ਨਾ ਬਾਬਾ ਜੀ ਦੇ ਕਹਿਣ ਦੇ ਉੱਤੇ ਉੱਥੇ ਇੱਕ ਰਜਿਸਟਰੀ ਕਰਾ ਲਈ ਜਗ੍ਹਾ ਦੀ। ਜਦ ਰਜਿਸਟਰੀ ਕਰਾਈ ਤਾਂ ਮੈਂ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਮੈਂ ਜਗ੍ਹਾ ਦੀ ਰਜਿਸਟਰੀ ਕਰਾ ਲਈ ਆ। ਬਾਬਾ ਜੀ ਬੜੇ ਪ੍ਰਸੰਨ ਹੋ ਗਏ ਅਤੇ ਨਾਲ ਮੈਨੂੰ ਕਹਿਣ ਲੱਗੇ ਵੀ ਰਜਿਸਟਰੀ ਕਰਾ ਲਈ ਹੈ, ਬਹੁਤ ਵਧੀਆ ਹੈਗੀ ਆ, ਪਰ ਇਹ ਜਿਹੜੀ ਜਗ੍ਹਾ ਤੂੰ ਲਈ ਹੈ ਨਾ ਰਜਿਸਟਰੀ ਕਰਾਈ, ਇਹਨੂੰ ਹੁਣ ਬਗਲ ਲਾ, ਇੱਥੇ ਨਾ 1-2 ਕਮਰੇ ਜ਼ਰੂਰ ਖੜੇ ਕਰ। ਕਹਿੰਦੇ ਮਹਾਂਪੁਰਖਾਂ ਨੇ ਮੈਨੂੰ 2-3 ਵਾਰੀ ਕਿਹਾ ਸੀਗਾ, ਪਰ ਮੈਂ 7 ਵਚਨ ਨਾਲ ਕਹਿ ਦੇਣਾ ਪਰ ਕੋਈ ਧਿਆਨ ਨਹੀਂ ਦਿੱਤਾ। ਗੱਲ ਉਹੀ ਹੋਈ, ਜਿਹੜਾ ਡਰ ਸੀਗਾ, ਜਿਹੜੇ ਕਹਿੰਦੇ ਸਟੇਸ਼ਨ ਵਾਲੇ ਸੀਗੇ, ਰੇਲਵੇ ਸਟੇਸ਼ਨ ਵਾਲੇ, ਉਹਨਾਂ ਨੇ ਕੀ ਕੀਤਾ, ਇਹ ਜਿਹੜੀ ਮੇਰੀ ਜਗ੍ਹਾ ਸੀਗੀ ਉਹ ਰੇਲਵੇ ਸਟੇਸ਼ਨ ਦੇ ਵਿੱਚ ਪਾ ਦਿੱਤੀ। ਜਦੋਂ ਕਹਿੰਦੇ ਰੇਲਵੇ ਸਟੇਸ਼ਨ 'ਤੇ ਪਾ ਦਿੱਤੀ ਮੈਨੂੰ ਘਬਰਾਹਟ ਹੋਈ। ਭਾਈ ਗੁਰਮੁਖ ਸਿੰਘ ਕਹਿੰਦੇ ਮੈਂ ਫਿਰ ਬਾਬਾ ਈਸ਼ਰ ਸਿੰਘ ਹੋਣਾ ਕੋ ਗਿਆ। ਮੈਂ ਬਾਬਾ ਈਸ਼ਰ ਸਿੰਘ ਨੂੰ ਸਾਰੀ ਗੱਲ ਦੱਸੀ। ਬਾਬਾ ਜੀ ਕਹਿਣ ਲੱਗੇ ਬਈ ਤੂੰ ਸਾਡਾ ਵਚਨ ਤਾਂ ਮੰਨਦਾ ਨਹੀਂ, ਅਸੀਂ ਤੈਨੂੰ ਕਿਹਾ ਕਿ ਜਿਹੜੀ ਜਗ੍ਹਾ ਰਜਿਸਟਰੀ ਕਰਾਈ ਸੀ ਤੂੰ ਇਹ ਜਗ੍ਹਾ ਬਗੜ ਲਾ, ਇਹਦੀ 4 ਦੀਵਾਰੀ ਕਰ ਲੈ, 'ਚ 2 ਕਮਰੇ ਪਾ ਲਾ, ਪਰ ਤੂੰ ਕਰਦਾ ਨਹੀਂ ਹੈਗਾ। ਫਿਰ ਉਹ ਕਹਿਣ ਲੱਗਾ ਬਾਬਾ ਜੀ ਕੋਈ ਗੱਲ ਨਹੀਂ, ਹੁਣ ਤੁਸੀਂ ਮੇਰੀ ਇੱਦਾਂ ਕਰੋ, ਆਹ ਜਿਹੜੀ ਜਗ੍ਹਾ ਹੈਗੀ ਇਹ ਛਡਾ ਦਿਓ ਸਟੇਸ਼ਨ ਵਾਲਿਆਂ ਕੋ, ਅਤੇ ਮੈਂ ਫਿਰ ਇਹ ਜਗ੍ਹਾ ਜਿਹੜੀ ਹੈ ਇਹ ਬਗੜ ਲੈਂਦਾ। ਅਤੇ ਕਹਿੰਦੇ ਫਿਰ ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਚੱਲ ਠੀਕ ਆ, ਤੂੰ ਇਸ ਤਰ੍ਹਾਂ ਕਰ, ਜਿੰਨੀ ਤੂੰ ਜਗ੍ਹਾ ਬਗੜਨੀ ਚਾਹੇ ਨਾ ਬਗੜ ਲੈ, ਜਿੰਨੀ ਤੂੰ ਜਗ੍ਹਾ ਬਗੜ ਲਊਂਗਾ ਉਨੀ ਜਗ੍ਹਾ ਤੇਰੀ ਜਿਹੜੀ ਆ ਉਹ ਅਸੀਂ ਛਡਾ ਦਿਆਂਗੇ, ਇਸ ਜਗ੍ਹਾ 'ਤੇ ਕੋਈ ਕਬਜ਼ਾ ਨਹੀਂ ਕਰੂਗਾ। ਕਹਿੰਦੇ ਬਾਬਾ ਜੀ ਨੇ ਜਦੋਂ ਇਹ ਵਚਨ ਦਿੱਤਾ ਫਿਰ ਕੀ ਸੀ। ਕਹਿੰਦੇ ਮੈਂ ਦੂਸਰੇ ਦਿਨ ਹੀ ਪਟਵਾਰੀ ਲੈਂਦਾ ਜਗ੍ਹਾ ਦੀ ਮਿਹਨਤੀ ਕਰਾਈ, ਇੱਟਾਂ ਸਟਾਈਆਂ, ਅਤੇ ਕਹਿੰਦੇ ਇੱਟਾਂ ਸਟਾ ਕੇ ਹੈ ਨਾ ਅਤੇ ਨੀਹਾਂ ਪੁੱਟਣੀਆਂ ਸ਼ੁਰੂ ਕਰਤੀਆਂ। ਨੀਹਾਂ ਪੁੱਟਣੀਆਂ ਸ਼ੁਰੂ ਕੀਤੀਆਂ। ਕੁਦਰਤੀ ਬਾਬਾ ਈਸ਼ਰ ਸਿੰਘ ਜਿਹੜੇ ਸੀ ਉਹ ਨਾਨਕਸਰ ਸਟੇਸ਼ਨ ਦਾ ਜਿਹੜਾ ਸੀਗਾ ਉਹ ਨੀਂਹ ਪੱਥਰ ਰੱਖਣਾ ਹੈ, ਅਤੇ ਸੰਗਤਾਂ ਦਾ ਬੜਾ ਭਾਰੀ ਇਕੱਠ। ਕਹਿੰਦੇ ਜਦੋਂ ਬਾਬਾ ਜੀ ਨੀਂਹ ਪੱਥਰ ਰੱਖਿਆ ਅਤੇ ਜਦੋਂ ਬਾਬਾ ਜੀ ਨੀਂਹ ਪੱਥਰ ਰੱਖ ਕੇ ਤੁਰੇ, ਅਚਨਚੇਤ ਮੈਂ ਮੂਹਰੇ ਆ ਗਿਆ। ਮੈਂ ਆ ਕੇ ਬਾਬਾ ਜੀ ਨੂੰ ਫਤਿਹ ਬੁਲਾਈ, ਮੱਥਾ ਟੇਕਿਆ। ਬਾਬਾ ਜੀ ਕਹਿਣ ਲੱਗੇ ਹਾਂ ਗੁਰਮੁਖ ਸਿੰਘ ਕੀ ਹਾਲ ਆ, ਕੀ ਕਰਦੇ ਆ। ਕਹਿੰਦੇ ਮੈਂ ਦੱਸਿਆ ਵੀ ਉਹ ਜਿਹੜੀ ਰਜਿਸਟਰੀ ਕੀਤੀ ਆ ਮੈਂ ਉਹਦੀ ਤਿਆਰੀ ਜਿਹੜੀ ਜਗ੍ਹਾ ਦੀ ਕਰ ਰਿਹਾ ਹੈਗਾ, ਅਤੇ ਨੀਹਾਂ ਪੜ ਦਿੱਤੀਆਂ ਅਤੇ ਇੱਟਾਂ ਰੱਖਣੀਆਂ। ਅਤੇ ਕਹਿੰਦੇ ਮੇਰੇ ਮਨ ਦੇ ਵਿੱਚ ਆਇਆ, ਮੈਂ ਬਾਬਾ ਜੀ ਨੂੰ ਕਹਿ ਤਾ ਬਾਬਾ ਜੀ ਵੀ ਤੁਸੀਂ ਰੇਲਵੇ ਦਾ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਹੈਗਾ ਤਾਂ 2 ਇੱਟਾਂ ਸਾਡੀਆਂ ਵੀ ਰੱਖ ਦਿਓ ਇੱਧਰ। ਇੰਨੀ ਕਹਿਣ ਦੀ ਢੇਰ ਤਾਂ ਬਾਬਾ ਜੀ ਕਹਿਣ ਲੱਗੇ ਕਿਉਂ ਨਹੀਂ ਗੁਰਮੁਖ ਸਿੰਘ, ਅਸੀਂ ਚੱਲ ਤੇਰੀਆਂ ਇੱਟਾਂ ਵੀ ਰੱਖ ਦਿੰਦੇ ਹਾਂ। ਕਹਿੰਦੇ ਜਦੋਂ ਬਾਬਾ ਜੀ ਮੇਰੇ ਨਾਲ ਤੁਰੇ, ਕੁਦਰਤੀ 2 ਪ੍ਰੇਮੀ ਦੌੜੇ ਪਿੱਛੇ ਆ ਗਏ ਅਤੇ ਬਾਬਾ ਜੀ ਨੂੰ ਪਿੱਛੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਆਪਣਾ ਜਿਹੜਾ ਅਗਲਾ ਪ੍ਰੋਗਰਾਮ ਆ ਜਿੱਥੇ ਆਪਾਂ ਜਾਣਾ ਹੈਗਾ ਬੜਾ ਜ਼ਰੂਰੀ ਹੈਗਾ, ਕਿਉਂਕਿ ਆਪਾਂ ਉਸ ਪ੍ਰੋਗਰਾਮ ਤੋਂ ਪਹਿਲਾਂ ਹੀ ਬਹੁਤ ਲੇਟ ਹੋ ਗਏ, ਇਸ ਕਰਕੇ ਸੰਗਤ ਦਾ ਵੀ ਭਾਰੀ ਇਕੱਠ ਹੈਗਾ, ਆਪਾਂ ਪਹੁੰਚਣਾ ਬੜਾ ਜ਼ਰੂਰੀ ਹੈ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ ਅਤੇ ਬਾਬਾ ਈਸ਼ਰ ਸਿੰਘ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿੰਘ ਚੱਲ ਕੋਈ ਗੱਲ ਨਹੀਂ, ਅੱਜ ਅਸੀਂ ਫਿਰ ਉੱਥੇ ਜਾ ਆਉਂਦੇ ਹਾਂ ਅਤੇ ਇੱਦਾਂ ਕਰਦੇ ਹਾਂ ਤੇਰੀ ਹੈ ਨਾ ਘਰ ਦਾ ਜਿਹੜਾ ਨੀਂਹ ਪੱਥਰ ਫਿਰ ਆਪਾਂ ਕੱਲ੍ਹ ਰੱਖ ਦਿਆਂਗੇ।
ਕਹਿੰਦੇ ਇਹਨੇ ਕਹਿਣ ਦੀ ਡੇਰ ਆ ਬਾਬਾ ਜੀ ਵਾਪਸ ਉਹਨਾਂ 2 ਪ੍ਰੇਮੀਆਂ ਨਾਲ ਚੱਲ ਗਏ। ਅਤੇ ਮੇਰੇ ਮਨ ਦੇ ਵਿੱਚ ਵਿਚਾਰ ਆਈ ਕਿ ਹੁਣ ਆਦੇ ਵਿੱਚ ਤਾਂ ਆ ਗਏ ਸੀਗੇ, ਜੇ ਆ ਜਾਂਦੇ ਚਲੋ 2 ਇੱਟਾਂ ਨੀਂਹ ਪੱਥਰ ਰੱਖ ਹੀ ਲੈਂਦੇ। ਪਰ ਫਿਰ ਮਨ 'ਚ ਵਿਚਾਰ ਕਿ ਮੈਂ ਕਿਹੜਾ ਇੱਥੇ ਬਹੁਤ ਵੱਡਾ ਜਿਹੜਾ ਹੈ ਉਹ ਬਿਲਡਿੰਗ ਖੜੀ ਕਰਨੀ ਹੈਗੀ ਆ, ਛੋਟਾ ਜਿਹਾ ਘਰ ਹੀ ਬਣਾਉਣਾ ਹੈਗਾ। ਬਾਬਾ ਈਸ਼ਰ ਸਿੰਘ ਹੁਣਾਂ ਦੇ ਪਿੱਛੇ ਤਾਂ ਜਿਹੜੇ ਬਹੁਤ ਅਮੀਰ ਜ਼ਿਆਦੇ ਨੀਹਾਂ ਪੱਥਰ ਰਖਾਉਣ ਨੂੰ ਤੁਰੇ ਫਿਰਦੇ ਆ, ਪਰ ਬਾਬਾ ਜੀ ਕਿਸੇ ਦਾ ਨੀਂਹ ਪੱਥਰ ਘਰ ਦਾ ਕਦੀ ਕਿਸੇ ਦਾ ਧਰਦੇ ਨਹੀਂ ਆ। ਚਲੋ ਕੋਈ ਗੱਲ ਨਹੀਂ, ਮਨ 'ਚ ਸੋਚਿਆ ਵੀ ਚੱਲ ਕੋਈ ਗੱਲ ਨਹੀਂ, ਇਸ ਤਰ੍ਹਾਂ ਕਰਦੇ ਆ ਕਿ ਇੱਟਾਂ ਦਾ ਨੀਂਹ ਪੱਥਰ 2 ਆਪ ਹੀ ਰੱਖ ਲੈਂਦੇ ਆ। ਇਹ ਸੋਚ ਕੇ ਭਾਈ ਗੁਰਮੁਖ ਸਿੰਘ ਕਹਿੰਦੇ ਵੀ ਮੈਂ ਹੈ ਨਾ ਕੰਮ ਕਾਰ ਜਿਹੜਾ ਸ਼ੁਰੂ ਕਰਾ ਰਿਹਾ, ਅਤੇ ਮਿਸਤਰੀ ਨੂੰ ਕਹਿਤਾ ਚਲੋ ਬਾਬਾ ਜੀ ਦਾ ਜਿਹੜਾ ਹੈਗਾ ਉਹ ਉੱਥੋਂ ਚਲੇ ਗਏ ਆ, ਆਉਣਾ ਜਾਂ ਨਾ ਆਉਣਾ ਸਾਡੇ ਗਰੀਬਾਂ ਦੇ ਨਸੀਬ 'ਚ ਨਹੀਂ ਹੈਗਾ, ਸੋ ਆਪਾਂ ਹੈ ਨਾ ਕੰਮ ਸ਼ੁਰੂ ਕਰ ਦਿੰਦੇ ਹਾਂ। ਕਹਿੰਦੇ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਅਤੇ ਬਾਬਾ ਜੀ ਦਾ ਜਿਹੜਾ ਵਚਨ ਸੀਗਾ ਵੀ ਅਸੀਂ ਅੱਜ ਨਹੀਂ ਕੱਲ੍ਹ ਨਹੀਂ ਰੱਖਾਂਗੇ, ਕਹਿੰਦੇ ਉਹੀ ਗੱਲ ਹੋਈ। ਬਾਬਾ ਈਸ਼ਰ ਸਿੰਘ ਜੀ ਉੱਧਰੋਂ ਤੁਰੇ ਆਉਣ, ਜਾਂ ਤੁਰੇ ਆਉਣ ਕਹਿੰਦੇ ਮਿਸਤਰੀਆਂ ਦੀ ਨਿਗਾਹ ਪੈ ਗਈ ਅਤੇ ਮੇਰੀ ਵੀ ਨਿਗਾਹ ਪੈ ਗਈ, ਅਤੇ ਮਿਸਤਰੀ ਮੈਨੂੰ ਕਹਿਣ ਲੱਗੇ ਕਿ ਮਹਾਂਪੁਰਖ ਜਿਹੜੇ ਹੈਗੇ ਉਹ ਆਪਣੇ ਵੱਲ ਆ ਰਹੇ ਆ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਮੈਂ ਜਦ ਉੱਚੇ ਖੜ੍ਹ ਕੇ ਦੇਖਿਆ, ਮੈਂ ਕਿ ਦੇਖਿਆ ਬਾਬਾ ਜੀ ਵੀ ਆਪਣੇ ਇਸ ਮਕਾਨ ਵੱਲ ਨਹੀਂ ਆ ਰਹੇ, ਬਾਬਾ ਜੀ ਜਿਹੜੇ ਹੈ ਕਿਸੇ ਮੋਟਰ 'ਤੇ ਇਸ਼ਨਾਨ ਕਰਨ ਵਾਸਤੇ ਆ ਰਹੇ, ਕਿਸੇ ਟਿਊਬਵੈੱਲ 'ਤੇ ਆ ਰਹੇ। ਉਹ ਕਹਿਣ ਲੱਗੇ ਮਿਸਤਰੀ ਜੇ ਕਿਸੇ ਟਿਊਬਵੈੱਲ 'ਤੇ ਆਉਂਦੇ ਤਾਂ ਬਾਬਾ ਜੀ ਦੇ ਨਾਲ ਹੈ ਨਾ 2-3 ਸਿੰਘ ਹੋਣੇ ਸੀਗੇ, ਅਤੇ ਪਰ ਬਾਬਾ ਜੀ ਤਾਂ ਇਕੱਲੇ ਹੀ ਆ ਰਹੇ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਪਤਾ ਉਦੋਂ ਲੱਗਾ ਜਦ ਬਾਬਾ ਜੀ ਸਾਡੇ ਕੋਲ ਆ ਕੇ ਖੜ੍ਹ ਗਿਆ। ਕਹਿੰਦੇ ਜਦੋਂ ਅਸੀਂ ਕੰਮ ਕਰਦੇ ਸੀ ਮੱਥਾ ਟੇਕਿਆ, ਬਾਬਾ ਜੀ ਕਹਿੰਦੇ ਸਾਨੂੰ ਦੇਖ ਕੇ ਕਹਿਣ ਲੱਗੇ, ਕਹਿੰਦੇ ਗੁਰਮੁਖ ਸਿਆਂ ਇੱਕ ਦਿਨ ਤੂੰ ਸਾਡਾ ਇੰਤਜ਼ਾਰ ਨਹੀਂ ਕਰ ਸਕਿਆ, ਨੀਂਹ ਪੱਥਰ ਆਪ ਹੀ ਰੱਖ ਲਿਆ ਹੈਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਕਿ ਮੈਂ ਸਾਰੀ ਗੱਲ ਪਤਾ ਬਾਬਾ ਜੀ ਨੂੰ ਦੱਸ ਦਿੱਤੀ। ਜਦੋਂ ਬਾਬਾ ਜੀ ਨੂੰ ਦੱਸੀ ਤਾਂ ਮੈਂ ਕਿਹਾ ਮੈਂ ਤਾਂ ਮੇਰੇ ਮਨ 'ਚ ਇਹ ਸੀਗਾ ਕਿ ਮੈਂ ਕਿਹੜਾ ਕੋਈ ਬਹੁਤ ਵੱਡਾ ਮਕਾਨ ਬਣਾਉਣਾ ਹੈਗਾ, ਛੋਟਾ ਜਿਹਾ ਘਰ ਹੀ ਬਣਾਉਣਾ ਹੈਗਾ, ਇਸ ਕਰਕੇ ਤੁਹਾਨੂੰ ਕੀ ਤਕਲੀਫ ਦੇਣੀ ਆ, ਅਤੇ ਇੱਟਾਂ ਆਪ ਹੀ ਰੱਖ ਲੈਂਦੇ ਆ। ਅਤੇ ਫਿਰ ਬਾਬਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ, ਪਰ ਹੁਣ ਜਦੋਂ ਮਕਾਨ ਬਣੂਗਾ ਫਿਰ ਅਸੀਂ ਜਦੋਂ ਮਕਾਨ ਦੀ ਚੱਠ ਹੋ ਗਈ ਨਾ ਫਿਰ ਜ਼ਰੂਰ ਕਰਾਂਗੇ। ਇਹ ਕਹਿ ਕੇ ਬਾਬਾ ਜੀ ਜਿਹੜੇ ਸੀ ਫਿਰ ਵਾਪਸ ਮੁੜ ਗਏ। ਕਹਿੰਦੇ ਉਸ ਤੋਂ ਬਾਅਦ ਹੈ ਨਾ ਫਿਰ ਮੈਂ ਉਹਦੇ ਦੁਆਲੇ 4 ਦੀਵਾਰੀ ਕਰਕੇ ਅਤੇ 2 ਕਮਰੇ ਉਹਦੇ ਵਿੱਚ ਖੜ੍ਹੇ ਕਰ ਲਏ। ਜਦ ਕਮਰੇ ਖੜ੍ਹੇ ਕੀਤੇ ਫਿਰ ਕਹਿੰਦੇ ਪੁੰਨਿਆਂ ਦਾ ਦੀਵਾਨ ਆਇਆ, ਅਤੇ ਮੇਰੀ ਘਰੋਂ ਜਸਵੰਤ ਕੌਰ ਅਤੇ ਮੇਰਾ ਲੜਕਾ ਚਿੰਬੜ ਕਹਿੰਦੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਦ ਪਹੁੰਚੇ ਆ, ਅਤੇ ਬਾਬਾ ਜੀ ਨੇ ਜਦ ਚਿੰਬੜ ਵੱਲ ਦੇਖਿਆ, ਦੇਖ ਕੇ ਕਹਿਣ ਲੱਗੇ, ਕਹਿੰਦੇ ਚਿੰਬੜਾ ਬਈ ਇਹ ਤੁਸੀਂ ਕੋਠੇ ਦਾ 2 ਖੜ੍ਹੇ ਕਰ ਲਏ ਆ, ਪਰ ਉਸ ਕੋਠਿਆਂ ਦੇ ਵਿੱਚ ਕਹਿੰਦੇ ਨਾ ਤਾਂ ਸਾਨੂੰ ਕੁਛ ਖਿਲਾਇਆ ਨਾ ਪਿਲਾਇਆ, ਤੁਸੀਂ ਸਾਨੂੰ ਨਾ ਲੱਡੂ ਨਾ ਪੇੜੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਦੋਂ ਸਾਨੂੰ ਮਿਲਣਗੀਆਂ। ਕਹਿੰਦੇ ਜਦ ਬਾਬਾ ਜੀ ਨੇ ਹੱਸਦੇ ਇੱਦਾਂ ਦੇ ਵਚਨ ਕੀਤੇ, ਅਤੇ ਕਹਿੰਦੇ ਚਿੰਬੜ ਜਿਹੜਾ ਸੀਗਾ ਮੇਰਾ ਬੱਚਾ ਬੋਲ ਪਿਆ, ਕਹਿਣ ਲੱਗਾ ਬਾਬਾ ਜੀ ਜਦੋਂ ਤੁਸੀਂ ਨਾ ਸਾਡੇ ਘਰ ਚਰਨ ਪਾਓਗੇ ਬਸ ਫਿਰ ਤਾਂ ਤੁਹਾਨੂੰ ਅਸੀਂ ਨਾ ਲੱਡੂ ਪੇੜੇ ਜੋ ਵੀ ਕੁਛ ਆ ਸਾਰਾ ਕੁਛ ਆਪ ਜੀ ਨੂੰ ਦੇਵਾਂਗੇ। ਇੰਨੀ ਕਹਿਣ ਦੀ ਦੇਰ ਆ। ਕਹਿੰਦੇ ਬਾਬਾ ਜੀ ਹੱਸਦੇ ਦੀਵਾਨ 'ਚ ਚਲੇ ਗਏ। ਪਰ ਮੇਰੀ ਘਰ ਵਾਲੀ ਜਸਵੰਤ ਕੌਰ ਜੀ ਦੇ ਕਹਿੰਦੇ ਮਨ ਦੇ ਵਿੱਚ ਇਹ ਗੱਲ ਜਿਹੜੀ ਸੀ ਉਹ ਬਣ ਗਈ ਕਿ ਗੱਲ ਤਾਂ ਬਾਬਾ ਜੀ ਦੀ ਠੀਕ ਹੈਗੀ ਆ, ਮਕਾਨ ਤਾਂ ਬਣਾ ਲਿਆ ਪਰ ਬਾਬਾ ਜੀ ਦੇ ਚਰਨ ਪਾਉਣੇ ਚਾਹੀਦੇ ਆ। ਕਹਿੰਦੇ ਮੇਰੀ ਘਰੋਂ ਵਾਲੀ ਜਿਹੜੀ ਸੀਗੀ ਇੱਕ ਦੁਕਾਨ 'ਤੇ ਗਈ, ਉੱਥੋਂ ਕਹਿੰਦੇ ਦੁੱਧ ਲਿਆਂਦਾ ਅਤੇ ਘਰ ਵਿੱਚ ਜਿਹੜਾ ਖੋਆ ਤਿਆਰ ਕਰਕੇ ਉਹਦੇ ਪੇੜੇ ਬਣਾ ਲਏ, ਅਤੇ ਦੁਕਾਨ ਤੋਂ ਲੱਡੂ ਲੈਣ ਦੇ। ਅਤੇ ਕੁਛ ਆ ਜਿਹੜੇ ਸੀ ਕਹਿੰਦੇ 3-4 ਬੀਬੀਆਂ ਮੇਰੀ ਘਰ ਵਾਲੀ ਦੀਆਂ ਸਹੇਲੀਆਂ ਉਹ ਵੀ ਆ ਗਈਆਂ, ਕੁਛ ਹੋਰ ਜਿਹੜੇ ਸੀਗੇ ਸੱਜਣ ਮਿੱਤਰ ਹੋ ਗਏ, ਅਤੇ ਕਹਿੰਦੇ ਅਸੀਂ ਚਾਹ ਤਿਆਰ ਕਰਕੇ ਬੈਠ ਗਏ। ਜਦ ਕਹਿੰਦੇ ਚਾਹ ਤਿਆਰ ਕਰਕੇ ਬੈਠੇ ਆ, ਜਿਉਂ ਬਾਬਾ ਈਸ਼ਰ ਸਿੰਘ ਨੂੰ ਉਡੀਕਣ ਲੱਗੇ, ਜਦ 12 ਵਜੇ ਤੇ ਬਾਬਾ ਈਸ਼ਰ ਸਿੰਘ ਜੀ ਪਹੁੰਚੇ ਨੇ। ਪਰ ਜਿਹੜਾ ਕਹਿੰਦੇ ਸਾਡੇ ਮਕਾਨ ਦੀ ਮੋਹਰ ਦੀ ਲੰਘੇ ਉਹ ਇਹੀ ਕਹੇ ਕਿ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਤਾਂ ਬੜੇ ਲੋਕ ਜਿਹੜੇ ਆ ਉਹ ਉਡੀਕਦੇ ਆ ਅਤੇ ਉੱਥੇ ਨਹੀਂ ਪਹੁੰਚਦੇ, ਅਤੇ ਤੁਹਾਡੇ ਛੋਟੇ ਜਿਹੇ ਮਕਾਨ 'ਚ ਬਾਬਾ ਈਸ਼ਰ ਸਿੰਘ ਨੇ ਆ ਕੇ ਕੀ ਕਰਨਾ। ਜਦੋਂ ਕਹਿੰਦੇ ਲੋਕਾਂ ਦੇ ਅਸਥਾਨਾਂ ਦੇ ਅਲਾਂਭੇ ਹੋਣੇ ਸ਼ੁਰੂ ਹੋ ਗਏ, ਬਸ ਫੇਰ ਕੀ ਸੀ। ਕਹਿੰਦੇ ਮੇਰੀ ਘਰਵਾਲੀ ਦਾ ਜਿਹੜਾ ਮਨ ਸੀਗਾ ਬੜਾ ਭਰਿਆ, ਪਰ ਜਦ 1 ਵਜੇ ਤਾਂ ਬਾਬਾ ਈਸ਼ਰ ਸਿੰਘ ਜਿਹੜੇ ਸੀਗੇ ਜਦ ਉੱਥੋਂ ਦੀ ਮੋਹਰ ਦੀ ਲੰਘੇ ਗੱਡੀ ਵਿੱਚ ਦੀ, ਕਹਿੰਦੇ ਜਦ ਗੱਡੀ ਵਿੱਚ ਦੀ ਲੰਘਣ ਲੱਗੇ ਤਾਂ ਮੇਰੀ ਘਰਵਾਲੀ ਨੇ ਸਤਿਨਾਮ ਦਾ ਵਾਜਾ ਦਿੱਤਾ। ਜਦ ਵਾਜਾ ਦਿੱਤਾ ਅਤੇ ਉਸ ਟਾਈਮ ਹੈ ਨਾ ਭਾਈ ਸਾਧੂ ਸਿੰਘ ਜੀ ਹਜ਼ੂਰੀ ਸੀ ਬਾਬਾ ਈਸ਼ਰ ਸਿੰਘ ਹੋਣਾ ਦੇ। ਕਹਿੰਦੇ ਬਾਬਾ ਈਸ਼ਰ ਸਿੰਘ ਸਾਧੂ ਸਿੰਘ ਨੂੰ ਕਿਹਾ, ਸਾਧੂ ਸਿੰਘ ਦੇਖ ਕੌਣ ਆ। ਜਦ ਸਾਧੂ ਸਿੰਘ ਨੇ ਕਹਿੰਦੇ ਮੇਰੀ ਘਰਵਾਲੀ ਨੂੰ ਪੁੱਛਿਆ ਬੀਬਾ ਕੀ ਗੱਲ ਆ, ਅਤੇ ਮੇਰੀ ਕਹਿੰਦੇ ਘਰੋਂ ਕਹਿਣ ਲੱਗੇ, ਕਹਿੰਦੇ ਵੀ ਮਹਾਂਪੁਰਖੋ ਅਸੀਂ ਤਾਂ ਸਵੇਰ ਦਾ ਲੱਡੂ ਪੇੜੇ ਅਤੇ ਚਾਹ ਦਾ ਲੰਗਰ ਤਿਆਰ ਕਰਕੇ ਬੈਠੇ ਹਾਂ, ਆਪ ਜੀ ਨੂੰ ਉਡੀਕ ਰਹੇ ਹਾਂ, ਪਰ ਹੁਣ 12-1 ਵਜੇ ਗਿਆ ਹੈਗਾ, ਆਪ ਕਰਕੇ ਪਹੁੰਚੇ ਨੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਬਈ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਤੁਸੀਂ ਚੁੱਪ ਚਪੀਤੇ ਚਾਹ ਬਣਾ ਕੇ ਸਵੇਰ ਦੇ ਬੈਠੇ, ਕਮ ਸੇ ਕਮ ਸਾਨੂੰ ਸੁਨੇਹਾ ਤਾਂ ਦਿੰਦੇ ਵੀ ਅਸੀਂ ਸਾਰਾ ਲੰਗਰ ਤਿਆਰ ਕਰਕੇ ਬੈਠੇ ਹਾਂ। ਪਰ ਕਹਿੰਦੇ ਚਲੋ ਕੋਈ ਗੱਲ ਨਹੀਂ, ਹੁਣ ਤਾਂ ਸਾਨੂੰ ਬਹੁਤ ਦੇਰ ਹੋ ਗਈ ਆ, ਅੱਜ ਨਹੀਂ ਅਸੀਂ ਹੈ ਨਾ ਕੱਲ੍ਹ ਹੁਣ ਚਾਹ ਛਕਾਂਗੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਮੇਰੀ ਘਰੋਂ ਕਹਿਣ ਲੱਗੇ ਬਾਬਾ ਜੀ ਬਾਕੀ ਤਾਂ ਠੀਕ ਹੈ, ਪਰ ਹੁਣ ਅਸੀਂ ਚਾਹ ਬਣਾ ਕੇ ਬੈਠੇ ਹਾਂ, ਇਹ ਸਾਰੀ ਤਾਜ਼ੀ ਚਾਹ ਬਣੀ, ਇਹਦਾ ਕੀ ਕਰੀਏ। ਅਤੇ ਬਾਬਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਤੁਸੀਂ ਚਾਹ ਸਾਨੂੰ ਹੈ ਨਾ ਇੱਥੇ ਹੁਣੇ ਗੱਡੀ ਦੇ ਵਿੱਚ ਪਾ ਦਿਓ, ਅਸੀਂ ਚਾਹ ਜਿਹੜੀ ਹੈਗੀ ਉਹ ਨਾਨਕਸਰ ਲੈ ਜਾਂਦੇ ਹਾਂ, ਉੱਥੇ ਭੋਗ ਲਾ ਕੇ ਆਪ ਵੀ ਛਕਾਂਗੇ ਅਤੇ ਸੰਗਤਾਂ ਨੂੰ ਵੀ ਛਕਾ ਦਿੰਦੇ ਹਾਂ। ਕਹਿੰਦੇ ਮੇਰੇ ਘਰ ਵਾਲੀ ਜਿੰਨੀ ਚਾਹ ਜਿਹੜੀ ਸੀਗੀ ਉਹ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਭੇਜ ਦਿੱਤੀ, ਅਤੇ ਕੁਛ ਨਾਲ ਮਠਿਆਈ ਜਿਹੜੀ ਸੀ ਉਹ ਦੇ ਦਿੱਤੀ, ਅਤੇ ਬਾਬਾ ਜੀ ਲੈ ਕੇ ਜਿਹੜੇ ਸੀ ਉਹ ਨਾਨਕਸਰ ਪਹੁੰਚ ਗਏ। ਜਦ ਕਹਿੰਦੇ ਨਾਨਕਸਰ ਪਹੁੰਚੇ ਆ ਅਤੇ ਅਗਲੇ ਦਿਨ ਸਵੇਰੇ ਫਿਰ ਅਸੀਂ ਕਹਿੰਦੇ ਚਾਹ ਤਿਆਰ ਕੀਤੀ,
ਜਦ ਚਾਹ ਤਿਆਰ ਹੋਈ ਆ ਤੇ ਫਿਰ ਕਹਿੰਦੇ ਕੁਦਰਤੀ ਹੈ ਨਾ ਬਾਬਾ ਕੁੰਦਨ ਸਿੰਘ ਜੀ ਜਿਹੜੇ ਸੀ ਉਹ ਅੱਗੋਂ ਦੀ ਲੰਘੇ ਤੇ ਮੇਰੀ ਘਰ ਵਾਲੀ ਬਾਹਰ ਖੜੀ ਜਿਹੜੀ ਸੀ ਉਹ ਬਾਬਾ ਈਸ਼ਰ ਸਿੰਘ ਨੂੰ ਉਡੀਕਦੀ ਸੀ। ਭਾਈ ਕੁੰਦਨ ਸਿੰਘ ਨੇ ਦੇਖ ਕੇ ਕਹਿਣ ਲੱਗੇ, ਕਹਿੰਦੇ ਬੀਬਾ ਕੀ ਗੱਲ ਤੁਸੀਂ ਬਾਹਰ ਖੜੇ ਆ? ਤੇ ਕਹਿੰਦੇ ਮੇਰੀ ਘਰ ਵਾਲੀ ਨੇ ਦੱਸਿਆ ਵੀ ਅਸੀਂ ਨਾ ਬਾਬਾ ਜੀ ਨੂੰ ਚਾਹ ਪਿਲਾਉਣੀ ਆ, ਇਸ ਕਰਕੇ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ। ਜਦੋਂ ਕਹਿੰਦੇ ਇੰਨੀ ਗੱਲ ਹੋਈ ਆ ਤਾਂ ਬਾਬਾ ਫਿਰ ਕੁੰਦਨ ਸਿੰਘ ਹੁਣ ਕਹਿਣ ਲੱਗੇ, ਕਹਿੰਦੇ ਦੇਖ ਭਾਈ ਜਿਹੜਾ ਹੈ ਨਾ ਇੱਕ ਧਨਪਤ ਰਾਏ ਜਿਹੜਾ ਹੈਗਾ ਉਹ ਵੀ ਹੈ ਨਾ ਬਾਬਾ ਜੀ ਨੂੰ ਭਗਤਾਉਣ ਵਾਸਤੇ ਜਿਹੜਾ ਹੈਗਾ ਉਹ ਕੋਕਿਆਂ ਵਾਲੀ ਖਿੜਕੀ 'ਤੇ ਬੈਠਾ ਹੈਗਾ ਤੇ ਤੁਸੀਂ ਵੀ ਉੱਥੇ ਚਲੇ ਜਾਓ। ਉੱਥੇ ਬਾਬਾ ਜੀ ਨੇ ਪਹਿਲਾਂ ਉੱਥੇ ਆਉਣਾ ਹੈਗਾ ਫਿਰ ਇੱਧਰ ਆਉਣਗੇ। ਇੰਨੀ ਗੱਲ ਕਹਿਣ ਦੀ ਢੇਰ ਸੀ ਤੇ ਮੇਰੇ ਘਰੋਂ ਤੇ ਮੇਰਾ ਕਹਿੰਦੇ ਲੜਕਾ ਚੰਬੜ ਜਿਹੜੇ ਸੀਗੇ ਉੱਥੇ ਚਲੇ ਗਏ। ਜਦ ਕੋਕਿਆਂ ਵਾਲੀ ਖਿੜਕੀ 'ਚ ਬੈਠੇ ਇੱਧਰੋਂ ਬਾਬਾ ਜੀ ਬਾਹਰ ਨਿਕਲੇ। ਬਾਬਾ ਜੀ ਬਾਹਰ ਨਿਕਲ ਕੇ ਸੰਗਤ ਨੂੰ ਕਹਿਣ ਲੱਗੇ, ਕਹਿੰਦੇ ਚੰਬੜ ਦਿਖਾਈ ਨਹੀਂ ਦਿੰਦਾ। ਤੇ ਫਿਰ ਸੰਗਤ ਕਹਿਣ ਲੱਗੀ ਬਾਬਾ ਜੀ ਉਹ ਤਾਂ ਕੋਕਿਆਂ ਵਾਲੀ ਖਿੜਕੀ 'ਚ ਬੈਠਾ ਹੈਗਾ। ਬਾਬਾ ਜੀ ਕਹਿਣ ਲੱਗੇ ਉੱਥੇ ਬੈਠਾ ਕੀ ਕਰਦਾ ਹੈਗਾ, ਉਹਨੂੰ ਇਸ ਤਰ੍ਹਾਂ ਭੇਜੋ, ਇੱਧਰ ਭੇਜੋ, ਆਪਾਂ ਪਹਿਲਾਂ ਜਾ ਕੇ ਨਾ ਉੱਥੇ ਹੀ ਪਹਿਲਾਂ ਚਾਹ ਪਾਣੀ ਲੰਗਰ ਛਕਦੇ ਹਾਂ। ਕਹਿੰਦੇ ਨੇ ਕਹਿਣ ਦੀ ਢੇਰ ਸੀ ਤੇ ਕਹਿੰਦੇ ਮੇਰੇ ਘਰੋਂ ਤੇ ਮੇਰਾ ਜਿਹੜਾ ਬੱਚਾ ਸੀਗਾ ਇਹ ਬਾਬਾ ਜੀ ਦੇ ਕਹੇ ਤੇ ਫਿਰ ਆ ਗਿਆ। ਜਦ ਆਇਆ ਤੇ ਬਾਬਾ ਜੀ ਸਾਡੇ ਘਰ ਵਾਲੇ ਨੂੰ ਤੁਰ ਪਏ। ਜਦੋਂ ਤੁਰੇ ਆ ਤੇ ਸੰਗਤ ਦੇ ਕੁਛ ਪ੍ਰੇਮੀ ਜਿਹਨਾਂ ਦੀ ਗਿਣਤੀ 50-60 ਦੇ ਕਰੀਬ ਸੀ ਉਹ ਵੀ ਬਾਬਾ ਜੀ ਦੇ ਨਾਲ ਹੋ ਤੁਰੇ। ਕਾਫੀ ਸੰਗਤ ਇਕੱਠੀ ਹੋਈ। ਖੈਰ ਕਹਿੰਦੇ ਬਾਬਾ ਜੀ ਤਾਂ ਸਾਡੇ ਘਰ ਆਏ, ਆ ਕੇ ਚਰਨ ਪਾਏ, ਮੰਜੇ ਤੇ ਵਿਰਾਜਮਾਨ ਹੋ ਗਏ, ਬੈਠ ਗਏ। ਕੋਈ ਸੰਗਤ ਜਿਹੜੀ ਅੰਦਰ ਖੜੀ ਸੀ ਉਹ ਖੜ ਗਈ, ਬਾਕੀ ਸੰਗਤ ਸਾਰੀ ਬਾਹਰ ਵਿਹੜੇ ਵਿੱਚ ਖੜ ਗਈ। ਬਾਬਾ ਜੀ ਨੇ ਕਹਿੰਦੇ ਜਲ ਪਾਣੀ ਆਵਸ਼ਕ ਆ, ਸੰਗਤ ਨੂੰ ਛਕਾਇਆ ਤੇ ਨਾਲ ਕਹਿੰਦੇ ਫਿਰ ਸੰਗਤ ਨੂੰ ਛਕਾ ਕੇ ਬਾਬਾ ਜੀ ਨੇ ਕਿਹਾ ਮੇਰੇ ਲੜਕੇ ਨੂੰ, ਕਹਿੰਦੇ ਚੰਬੜ ਇੱਦਾਂ ਕਰ, ਆ ਜਿਹੜੇ ਲੱਡੂ ਪੇੜੇ ਸੰਗਤ ਨੂੰ ਵਰਤਾ, ਨਾਲ ਚਾਹ ਵਰਤਾ। ਤਾਂ ਫਿਰ ਨਾਲ ਪ੍ਰੇਮੀਆਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਚੰਬੜ ਨੇ ਆਉਣਾ ਹੈਗਾ, ਤੁਸੀਂ ਆਪ ਵੀ ਜਿਹੜੀ ਹੈ ਨਾਲ ਹੋ ਕੇ ਇਹ ਸੇਵਾ ਕਰ ਲਓ ਪੂਰੀ। ਕੁਛ ਪ੍ਰੇਮੀ ਸੰਗਤ ਜਿਹੜੇ ਸੀ ਕਹਿੰਦੇ ਮਠਿਆਈ ਜਿਹੜੀ ਸੀ ਸੰਗਤ 'ਚ ਵਰਤਾਉਣ ਲੱਗ ਪਏ, ਨਾਲ ਚਾਹ ਵਰਤਾਉਣ ਲੱਗ ਪਏ। ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਹੁਣਾਂ ਨੇ ਕਹਿੰਦੇ ਮੇਰੇ ਘਰ ਵਾਲੇ ਨੂੰ ਪੁੱਛਿਆ, ਕਹਿੰਦੇ ਬੀਬਾ ਇਹ ਦੱਸੋ ਤੁਸੀਂ ਨਿਤਨੇਮ ਕੀ ਕਰਦੇ ਆ? ਤੇ ਫਿਰ ਕਹਿੰਦੇ ਮੇਰੇ ਘਰੋਂ ਕਿਹਾ ਸੀ, ਕਹਿੰਦੇ ਬਾਬਾ ਜੀ ਵੀ ਮੈਂ ਹੈ ਨਾ ਜਪਜੀ ਸਾਹਿਬ, ਸ਼ਬਦ ਹਜ਼ਾਰ ਅਤੇ ਸੁਖਮਨੀ ਸਾਹਿਬ ਦਾ ਪਾਠ ਮੈਂ ਮੂੰਹ ਜ਼ਬਾਨੀ ਕਰ ਲੈਂਦੇ ਤੇ ਤੁਸੀਂ ਕਿਰਪਾ ਕਰੋ ਮੈਨੂੰ ਗੁਰਮੰਤਰ ਦੀ ਦਾਤ ਬਖਸ਼ੋ। ਕਹਿੰਦੇ ਬੇਨਤੀ ਕੀਤੀ। ਬਾਬਾ ਜੀ ਕਹਿਣ ਲੱਗੇ ਅੱਛਾ ਇਹ ਦੱਸੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਪਾਠ ਕਰ ਲੈਂਦੇ ਆ? ਕਹਿੰਦੇ ਮੇਰੇ ਘਰੋਂ ਕਹਿਣ ਲੱਗੇ ਹਾਂਜੀ ਮੈਂ 1 ਘੰਟੇ ਵਿੱਚ ਹੈ ਨਾ 20 ਪੱਤਰੇ ਜਿਹੜੇ ਆ ਅੰਗ ਵਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਪੜ੍ਹ ਲੈਂਦੇ ਆ। ਜਦ ਇੰਨੀ ਗੱਲ ਹੋਈ ਬਾਬਾ ਜੀ ਕਹਿਣ ਲੱਗੇ ਬਸ ਇਹ ਜਿਹੜੇ 20 ਪੱਤਰੇ ਤੁਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਲੈਂਦੇ ਹੈ ਸਮਝ ਲਓ ਇਹੀ ਆਪ ਜੀ ਦੇ ਵਾਸਤੇ ਗੁਰਮੰਤਰ ਹੈ, ਇਸ ਨੂੰ ਇਸੇ ਤਰ੍ਹਾਂ ਪੜ੍ਹਦੇ ਰਹਿਣਾ। ਤੇ ਉਸ ਤੋਂ ਬਾਅਦ ਕਹਿੰਦੇ ਫਿਰ ਬਾਬਾ ਜੀ ਬੜੇ ਪ੍ਰਸੰਨ ਮੁਦਰਾ ਦੇ ਵਿੱਚ ਉੱਥੋਂ ਵਾਪਸ ਚਲੇ ਗਏ। ਫਿਰ ਭਾਈ ਗੁਰਮੁਖ ਸਿੰਘ ਕਹਿਣ ਲੱਗੇ, ਕਹਿੰਦੇ ਮੈਨੂੰ ਬਾਬਾ ਜੀ ਮਿਲੇ, ਮੈਨੂੰ ਕਹਿਣ ਲੱਗੇ ਕਹਿੰਦੇ ਭਾਈ ਦੇਖ ਘਰ ਤਾਂ ਬਣਾ ਲਿਆ, 2 ਮਕਾਨ ਬਣਾ ਲਿਆ, ਪਰ ਹੁਣ ਤੁਸੀਂ ਹੈ ਨਾ ਪੱਕੀ ਰਿਹਾਇਸ਼ ਦੇ ਵਿੱਚ ਰੱਖ। ਕਹਿੰਦੇ ਇਹਨੇ ਕਹਿਣ ਦੀ ਢੇਰ ਸੀ। ਮੈਂ ਬਾਬਾ ਜੀ ਨੂੰ 7 ਵਜੇ ਤੱਕ ਕਿਹਾ, ਪਰ ਮਨ ਦੇ ਵਿੱਚ ਫਿਰ ਉਹੀ ਖਿਆਲ ਆਇਆ ਕਿ ਬਾਬਾ ਜੀ ਦੇ ਨਾਲ ਫਿਰ ਹੁਣ ਉੱਥੋਂ ਇੱਥੇ ਆਵਾਂਗੇ ਯਾਰਡ ਵਿੱਚ ਰਹਿਣਾ ਸਹਿਣਾ ਬੜਾ ਔਖਾ ਹੈਗਾ, ਬੱਚੇ ਡਰਨਗੇ, ਯਾਰਡ ਜਗ੍ਹਾ ਹੈਗੀ ਆ, ਕੋਈ ਆਉਂਦਾ ਜਾਂਦਾ ਨਹੀਂ ਆ, ਬੜਾ ਮੁਸ਼ਕਲ ਹੈ। ਮਨ ਵਿੱਚ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਆਈ ਤੇ ਬਾਬਾ ਜੀ ਨੇ ਮੈਨੂੰ ਇੱਕ ਸਾਖੀ ਧੰਨ ਗੁਰੂ ਨਾਨਕ ਸਾਹਿਬ ਦੀ ਸੁਣਾਈ, ਜਿਹਦੇ ਵਿੱਚ ਜਾਣੀ ਇਹ ਉਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਜਿਹੜੇ ਉਹਨਾਂ ਟਾਈਮਾਂ ਦੇ ਪੀਰ ਸੀ ਬਾਬਾ ਸ਼ੇਖ ਫਰੀਦ ਜੀ ਦੇ, ਉਹ ਬਾਬੇ ਨਾਨਕ ਦੇ ਪਾਸ ਜਦ ਆਏ ਸੀ ਕੰਧ ਦੇ ਉੱਤੇ ਸਵਾਰ ਹੋ ਕੇ ਆਏ ਸੀ। ਜਦ ਇੱਕ ਵਾਰੀ ਸਵੇਰੇ ਕੰਧ ਦੇ ਉੱਤੇ ਸਵਾਰ ਹੋ ਕੇ ਆਏ ਤੇ ਬਾਬਾ ਜੀ ਨੇ ਪੁੱਛਿਆ ਸੀਗਾ ਪੀਰ ਨੂੰ, ਕਹਿੰਦੇ ਪੀਰ ਜੀ ਕੀ ਗੱਲ ਹੈ ਅੱਜ ਸਵੇਰੇ ਪਹੁੰਚ ਗਏ? ਤਾਂ ਪੀਰ ਜੀ ਕਹਿਣ ਲੱਗੇ, ਕਹਿੰਦੇ ਨਹੀਂ ਜੀ ਸਵੇਰੇ ਨਹੀਂ ਪਹੁੰਚਿਆ, ਮੈਂ ਸਾਰੀ ਉਮਰ ਬਤਾ ਕੇ ਆਪ ਜੀ ਦੇ ਚਰਨਾਂ ਪਾਸ ਪਹੁੰਚਿਆ। ਫਿਰ ਕਹਿੰਦੇ ਬਾਬਾ ਈਸ਼ਰ ਸਿੰਘ ਨੂੰ ਮੈਂ ਕਿਹਾ ਸੀ, ਕਹਿੰਦੇ ਗੁਰਮੁਖ ਸਿੰਘ ਹੁਣ ਤਾਂ ਦਾੜੀ ਵੀ ਚਿੱਟੀ ਹੋਣ ਲੱਗ ਪਈ, ਪੰਛੀ ਤਾਂ ਜਿਹੜੇ ਆ ਸ਼ਾਮ ਨੂੰ ਵੀ ਆਪਣੇ ਆ ਲੈਣੇ ਤੇ ਮੁੜ ਆਉਂਦੇ ਆ, ਤੁਸੀਂ ਵੀ ਆ ਜਾਓ, ਇੱਥੇ ਕਿਸੇ ਗੱਲ ਦੀ ਚਿੰਤਾ ਨਾ ਕਰੋ, ਕਿਉਂਕਿ ਤੁਹਾਡੀ ਚਿੰਤਾ ਜਿਹੜੀ ਉਹ ਸਾਨੂੰ ਤੇਰੇ ਨਾਲੋਂ 10 ਗੁਣਾ ਜ਼ਿਆਦਾ ਹੈ। ਜਦੋਂ ਕਹਿੰਦੇ ਬਾਬਾ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਫਿਰ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਕਿ ਮੈਂ ਹੈ ਨਾ ਫਿਰ ਆਪਣੇ ਪਰਿਵਾਰ ਨੂੰ ਲੈ ਕੇ ਸਮਾਨ ਲੈ ਕੇ ਇਸ ਨਵੇਂ ਘਰ ਦੇ ਵਿੱਚ ਫਿਰ ਸ਼ਿਫਟ ਕਰ ਗਿਆ। ਜਦ ਸ਼ਿਫਟ ਕੀਤਾ ਤਾਂ ਜਿਹੜੇ ਬੱਚੇ ਸੀਗੇ ਗੁਰਸਰ ਸਕੂਲ ਆ ਉੱਥੇ ਪੜ੍ਹਨੇ ਪਾਤੇ ਤੇ ਕਹਿੰਦੇ ਫਿਰ ਬਾਬਾ ਜੀ ਨੇ ਸਾਨੂੰ ਇਹ ਗੱਲ ਆਖੀ, ਕਹਿੰਦੇ ਗੁਰਮੁਖ ਸਿੰਘ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ, ਅਗਰ ਲੰਗਰ ਪਾਣੀ ਛਕਣਾ ਤੁਸੀਂ ਠਾੜ ਤੋਂ ਛਕ ਸਕਦੇ ਆ, ਘਰ ਬਣਾਉਣ ਦੀ ਲੋੜ ਨਹੀਂ। ਪਰ ਭਾਈ ਗੁਰਮੁਖ ਸਿੰਘ ਹੁਣੀ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਆਪ ਦੀ ਗੱਲ ਬਿਲਕੁਲ ਦਰੁਸਤ ਹੈਗੀ ਆ, ਪਰ ਜੇ ਮੈਂ ਠਾੜ ਤੋਂ ਛਕਾਂ ਨਾ ਤੇ ਕਈ ਤਰ੍ਹਾਂ ਦੇ ਲੋਕ ਜਿਹੜੇ ਮੈਨੂੰ ਕਈ ਤਰ੍ਹਾਂ ਦੇ ਤਾਨੇ ਮਿਹਣੇ ਮੰਨਗੇ, ਇਸ ਕਰਕੇ ਠਾਠ ਵਿੱਚ ਵੀ ਆਪ ਦਾ ਲੰਗਰ ਅਤੇ ਘਰ ਦੇ ਵਿੱਚ ਵੀ ਆਪ ਦਾ ਲੰਗਰ ਹੈਗਾ। ਜਦੋਂ ਕਹਿੰਦੇ ਮੈਂ ਇਹ ਵਚਨ ਕੀਤੇ ਸੀ, ਫਿਰ ਬਾਬਾ ਈਸ਼ਰ ਸਿੰਘ ਕਹਿਣ ਲੱਗੇ ਚਲੋ ਠੀਕ ਆ, ਜੇ ਮੈਂ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ। ਉਸ ਤੋਂ ਬਾਅਦ ਕਹਿੰਦੇ ਇੱਕ ਵਾਰੀ ਕੀ ਦੇਖਿਆ, ਮੇਰਾ ਲੜਕਾ ਚਿੰਬੜ ਜਿਹੜਾ ਸੀਗਾ ਇਹ ਸਕੂਲ ਜਾਣ ਦੀ ਬਜਾਏ ਕਹਿੰਦੇ ਬਾਬਾ ਜੀ ਦੇ ਪਾਸ ਜਿਹੜਾ ਸੀ ਖੇਡਦਾ ਸੀਗਾ। ਮੈਂ ਜਾ ਕੇ ਆਪਣੇ ਲੜਕੇ ਜਿਹੜਾ ਚਿੰਬੜ ਜਿਹਦਾ ਨਾਂ ਭਗਤ ਸਿੰਘ ਬਾਬਾ ਜੀ ਨੇ ਰੱਖਿਆ ਸੀਗਾ, ਕਹਿੰਦੇ ਮੈਂ ਜਾ ਕੇ ਉਹਦੇ 1-2 ਚਪੇੜਾ ਮਾਰਤੀਆਂ ਤੇ ਉਹਨੂੰ ਕਿਹਾ ਵੀ ਤੂੰ ਇੱਥੇ ਖੇਡਦਾ, ਤੂੰ ਜੇ ਸਕੂਲੇ ਕਿਉਂ ਨਹੀਂ ਗਿਆ? ਤੇ ਬਾਬਾ ਈਸ਼ਰ ਸਿੰਘ ਨੇ ਕਹਿੰਦੇ ਮੈਨੂੰ ਚਪੇੜਾ ਮਾਰਦਿਆਂ ਦੇਖ ਲਿਆ, ਦੇਖ ਕੇ ਮੇਰੇ ਕੋਲ ਆ ਕੇ ਮੈਨੂੰ ਕਹਿਣ ਲੱਗੇ ਗੁਰਮੁਖ ਸਿੰਘ ਬੱਚੇ ਨੂੰ ਚਪੇੜਾ ਮਾਰ ਕੇ ਨਹੀਂ ਪਿਆਰ ਨਾਲ ਸਮਝਾਈਦਾ ਹੁੰਦਾ। ਕਹਿੰਦੇ ਫਿਰ ਮੈਂ ਗੁੱਸੇ ਵਿੱਚ ਜਿਹੜਾ ਸੀਗਾ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਜੇ ਲੜਕਾ ਸਕੂਲੇ ਨਹੀਂ ਜਾਊਗਾ ਰੋਟੀ ਕਿੱਥੇ ਖਾਊਗਾ? ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖ ਭਾਈ
ਇਹ ਰੋਟੀ ਸਕੂਲ ਨੇ ਨਹੀਂ ਦੇਣੀ, ਰੋਟੀ ਦੇਣੀ ਹੈ ਨਿਰੰਕਾਰ ਨੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਵੀ ਫਿਰ ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਦੇਖ ਅਸੀਂ ਭਾਵੇਂ ਕੋਈ ਪੜ੍ਹੇ ਲਿਖੇ ਨਹੀਂ ਆ, ਪਰ ਫਿਰ ਵੀ ਤਾਂ ਅਸੀਂ ਵੀ ਤਾਂ ਰੋਟੀ ਛਕਦੇ ਹੀ ਆ। ਇੰਨੀ ਗੱਲ ਹੋਈ ਤੇ ਭਾਈ ਗੁਰਮੁਖ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਸੀਂ ਤਾਂ ਪੜ੍ਹਾਈ ਇਸ ਤਰ੍ਹਾਂ ਦੀ ਕੀਤੀ ਤੇ ਤੁਸੀਂ ਤਾਂ ਸਾਰੇ ਸੰਸਾਰ ਨੂੰ ਰੋਟੀ ਦੇ ਸਕਦੇ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਫਿਰ ਵੀ ਹੈ ਨਾ ਬੱਚੇ ਜਿਹੜੇ ਹੈਗੇ ਆ ਉਹ ਪਿਆਰ ਦੇ ਨਾਲ ਹੀ ਮੰਨਦੇ ਆ, ਪਿਆਰ ਨਾਲ ਸਮਝਾਈਦਾ ਹੁੰਦਾ, ਪਿਆਰ ਨਾਲ ਹਰੇਕ ਗੱਲ 'ਚ ਫਤਿਹ ਹੋ ਜਾਂਦੀ ਆ। ਕਹਿੰਦੇ ਬਾਬਾ ਜੀ ਨੇ ਫਿਰ ਜਦੋਂ ਇਹ ਮੈਨੂੰ ਸਮਝਾਇਆ ਤਾਂ ਨਾਲ ਹੀ ਚੰਬੜ ਨੂੰ ਕਹਿਣ ਲੱਗੇ, ਕਹਿੰਦੇ ਚੰਬੜਾ ਤੂੰ ਇਸ ਤਰ੍ਹਾਂ ਕਰ, ਹੁਣ ਤੂੰ ਸਕੂਲੇ ਚਲੇ ਜਾ। ਕਹਿੰਦੇ ਜਦੋਂ ਬਾਬਾ ਜੀ ਨੇ ਪ੍ਰੇਮ ਨਾਲ ਕਿਹਾ ਤੇ ਚੰਬੜ ਜਿਹੜਾ ਸੀ ਮੱਥਾ ਟੇਕ ਕੇ ਕਹਿੰਦੇ ਸਕੂਲੇ ਚਲੇ ਗਿਆ। ਇਸ ਤਰ੍ਹਾਂ ਕਹਿੰਦੇ ਸੀ ਇਹ ਬਾਬਾ ਜੀ ਜਿਹੜੇ ਸੀਗੇ ਉਹ ਇਸ ਤਰ੍ਹਾਂ ਦਾ ਵਰਤਾਰਾ ਜਿਹੜੇ ਸੀਗੇ ਉਹ ਆਮ ਬੱਚਿਆਂ ਦੇ ਨਾਲ ਬਹੁਤ ਪ੍ਰੇਮ ਪਿਆਰ ਦੇ ਨਾਲ ਕਰਦੇ ਹੁੰਦੇ ਸੀ। ਕਹਿੰਦੇ ਇੱਕ ਦਿਨ ਫਿਰ ਬਾਬਾ ਜੀ ਨੇ ਮੇਰੇ ਬੱਚੇ ਨੂੰ ਕਿਹਾ ਤਾਂ ਕਹਿੰਦੇ ਚੰਬੜਾ ਇੱਕ ਗੱਲ ਦੱਸ, ਤੂੰ ਜੱਜ ਬਣਨਾ ਚਾਹੁੰਦਾ ਹੈਗਾ ਤੇ ਜਾਂ ਫੋਟੋਗ੍ਰਾਫਰ ਬਣਨਾ ਚਾਹੁੰਦਾ ਹੈ, ਚਿੱਤਰਕਾਰ ਨਹੀਂ ਕਰਨਾ ਚਾਹੁੰਦਾ? ਤੇ ਕਹਿੰਦੇ ਮੇਰਾ ਲੜਕਾ ਚੰਬੜ ਕਹਿਣ ਲੱਗਾ, ਬਾਬਾ ਜੀ ਮੈਂ ਜੱਜ ਨਹੀਂ, ਮੈਂ ਹੈ ਨਾ ਫੋਟੋਗ੍ਰਾਫਰ ਬਣਨਾ, ਮੈਂ ਚਿੱਤਰਕਾਰੀ ਕਰਨੀ। ਜਦ ਇੰਨੀ ਗੱਲ ਹੋਈ ਬਾਬਾ ਜੀ ਹੱਸ ਪਏ, ਕਹਿਣ ਲੱਗੇ ਚੱਲ ਠੀਕ ਆ, ਜਿੱਦੇ ਚਿੱਤਰਕਾਰ ਨਹੀਂ ਕਰਨੀ ਤੇ ਇਸ ਤਰ੍ਹਾਂ ਕਰ, ਇੱਕ ਕੈਮਰਾ ਲਿਆ। ਕਹਿੰਦੇ ਜਦੋਂ ਇੰਨੀ ਗੱਲ ਕਹੀ ਤੇ ਚੰਬੜ ਜਿਹੜਾ ਸੀਗਾ ਭਾਈ ਗੁਰਮੁਖ ਸਿੰਘ ਕਹਿੰਦੇ ਮੇਰੇ ਪਾਸ ਆ ਗਿਆ, ਮੈਨੂੰ ਸਾਰੀ ਗੱਲਬਾਤ ਦੱਸੀ। ਮੇਰੇ ਮਨ 'ਚ ਆ ਵੀ ਜੇ ਬੱਚਾ ਹੈਗਾ ਮੈਂ ਕੈਮਰਾ ਤੋੜ ਦਊਗਾ, ਪਰ ਰਾਤ ਨੂੰ ਐਸੀ ਖਿੱਚ ਬਣੀ। ਪਰ ਕਹਿੰਦੇ ਮੈਂ ਉਸੇ ਟਾਈਮ ਦੁਕਾਨ 'ਤੇ ਗਿਆ, 30-40 ਰੁਪਈਏ ਦਾ ਕੈਮਰਾ ਲੈ ਕੇ ਚੰਬੜ ਨੂੰ ਦੇ ਦਿੱਤਾ। ਜਦ ਕਹਿੰਦੇ ਚੰਬੜ ਕੈਮਰਾ ਲੈ ਕੇ ਬਾਬਾ ਜੀ ਦੇ ਪਾਸ ਗਿਆ, ਬਾਬਾ ਈਸ਼ਰ ਸਿੰਘ ਕਹਿਣ ਲੱਗੇ, ਕਹਿੰਦੇ ਲੈ ਕੈਮਰਾ ਤੈਨੂੰ ਮਿਲ ਗਿਆ, ਹੁਣ ਤੂੰ ਹੈ ਨਾ ਸੋਹਣੀਆਂ ਫੋਟੋਆਂ ਖਿੱਚਿਆ ਕਰ। ਕਹਿੰਦੇ ਚੰਬੜ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। 2 ਸਾਲ ਤੋਂ ਬਾਅਦ ਕਹਿੰਦੇ ਬਾਬਾ ਜੀ ਨੇ ਜਿਹੜੇ ਸੀ ਚੰਬੜ ਨੂੰ ਬੁਲਾਇਆ, ਕਹਿਣ ਲੱਗੇ ਵੀ ਜਿਹੜੀਆਂ ਤੁਸੀਂ ਕੈਮਰੇ ਨਾਲ ਫੋਟੋ ਖਿੱਚੀਆਂ ਸਾਨੂੰ ਦਿਖਾ ਲਓ। ਖੈਰ ਕਹਿੰਦੇ ਜਦੋਂ ਸਾਰੀਆਂ ਫੋਟੋਆਂ ਲੈ ਕੇ ਬਾਬਾ ਈਸ਼ਰ ਸਿੰਘ ਨੂੰ ਦਿਖਾ ਲਈਆਂ ਤੇ ਬਾਬਾ ਜੀ ਕਹਿਣ ਲੱਗੇ ਬਾਕੀ ਸਭ ਠੀਕ ਆ, ਜਿਹੜੀਆਂ ਨਾ ਬਿਲਡਿੰਗਾਂ ਦੀਆਂ ਫੋਟੋਆਂ ਹੈਗੀਆਂ ਸਾਨੂੰ ਇਹਨਾਂ ਦੀ ਏਡੀ ਜ਼ਿਆਦਾ ਲੋੜ ਨਹੀਂ, ਸਾਨੂੰ ਤਾਂ ਉਹ ਫੋਟੋ ਚਾਹੀਦੀ ਹੈ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਦੀ ਹੋਵੇ, ਕਿਉਂਕਿ ਅਸੀਂ ਜਿਹੜੀ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਦੀ ਫੋਟੋ ਸਾਰੇ ਸੰਸਾਰ ਦੇ ਵਿੱਚ ਘਰ ਘਰ ਲੱਗਣਾ ਦੇਖਣਾ ਚਾਹੁੰਦੇ ਹਾਂ। ਬਾਬਾ ਜੀ ਨੇ ਜਦੋਂ ਕਹਿੰਦੇ ਇਹ ਵਚਨ ਕੀਤਾ ਤੇ ਕਹਿੰਦੇ ਫਿਰ ਅਸੀਂ ਜਿਹੜੀ ਸੀ ਬਾਬੇ ਨਾਨਕ ਦੀਆਂ ਫੋਟੋਆਂ ਜਿਹੜੀਆਂ ਸੀ ਉਹ ਖਿੱਚਣੀਆਂ ਸ਼ੁਰੂ ਕੀਤੀਆਂ, ਬਾਬਾ ਜੀ ਨੂੰ ਦਿਖਾ ਲਈਆਂ ਤੇ ਬਾਬਾ ਜੀ ਬੜੇ ਪ੍ਰਸੰਨ ਹੋਏ। ਇੱਕ ਦਿਨ ਕਹਿੰਦੇ ਫਿਰ ਬਾਬਾ ਜੀ ਨੇ ਆਪ ਹੀ ਹੈ ਨਾ ਬਹੁਤ ਪ੍ਰਸੰਨਤਾ ਵਿੱਚ ਆ ਕੇ ਇੱਕ ਫੋਟੋ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕਹਿੰਦੇ ਮੇਰੇ ਲੜਕੇ ਹੈ ਨਾ ਭਗਤ ਸਿੰਘ ਨੂੰ ਦਿੱਤਾ, ਦੇ ਕੇ ਕਹਿਣ ਲੱਗੇ ਕਹਿੰਦੇ ਚੰਬੜਾ ਆ ਲੈ ਫੋਟੋ ਬਾਬੇ ਨਾਨਕ ਦਾ, ਤੂੰ ਇਸ ਤਰ੍ਹਾਂ ਦੀ ਹੈ ਨਾ ਫੋਟੋ ਜਿਹੜੀ ਹੈ ਨਾ ਉਹ ਬਣਾਇਆ ਕਰ ਤੇ ਇਹ ਫੋਟੋ ਜਿਹੜੀ ਹੈ ਨਾ ਸੰਸਾਰ ਦੇ ਵਿੱਚ ਤੁਸੀਂ ਆਪ ਵੰਡਿਆ ਕਰੋ। ਕਹਿੰਦੇ ਜਦੋਂ ਇਹ ਹੁਕਮ ਬਾਬਾ ਜੀ ਨੇ ਕੀਤਾ ਤੇ ਕਹਿੰਦੇ ਫਿਰ ਮੇਰੇ ਲੜਕੇ ਨੇ ਉਹ ਫੋਟੋ ਬਾਬਾ ਜੀ ਤੋਂ ਫੜ ਕੇ ਤੇ ਉਸ ਫੋਟੋ ਤੋਂ ਕਹਿੰਦੇ ਫਿਰ ਫੋਟੋ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕਹਿੰਦੇ ਇੱਕ ਅਸੀਂ ਹੈ ਨਾ ਫੋਟੋ ਸੁਨਹਿਰੀ ਫੋਟੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਸੀਗਾ ਉਹ ਬਣਾਇਆ। ਇਹ ਜਿਹੜਾ ਸੁਨਹਿਰੀ ਫੋਟੋ ਬਣਾਇਆ ਸੀਗਾ ਤੇ ਇਹਦੀ ਕਹਿੰਦੇ ਮੰਗ ਇੰਨੀ ਵਧੀ ਕਿ ਅਸੀਂ ਜਦੋਂ ਬਾਬਾ ਨੰਦ ਸਿੰਘ ਉਹਨਾਂ ਦੀ ਵਰਸੀ ਆਈ ਸੀ, ਇਹ ਜਿਹੜੀ ਸੁਨਹਿਰੀ ਫੋਟੋ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਅਸੀਂ 1974 ਦੇ ਵਿੱਚ ਸੰਗਤ ਦੇ ਵਿੱਚ ਪੇਸ਼ ਕੀਤੀ ਸੀ। ਜਦੋਂ ਪੇਸ਼ ਕੀਤੀ ਉਸ ਤੋਂ ਬਾਅਦ ਕਹਿੰਦੇ ਸੰਗਤ ਨੇ ਇਸ ਫੋਟੋ ਦੀ ਬੜੀ ਪ੍ਰਸੰਨਤਾ ਕੀਤੀ, ਕਾਫੀ ਡਿਮਾਂਡ ਵੱਧ ਗਈ ਤੇ ਬਹੁਤ ਸਾਰੀਆਂ ਕਹਿੰਦੇ ਪ੍ਰੇਮੀਆਂ ਨੇ ਇਹ ਫੋਟੋਆਂ ਜਿਹੜੀਆਂ ਸਾਡੇ ਕੋਲ ਬਣਾ ਲਈਆਂ। ਜਦ ਬਣਾ ਲਈਆਂ ਦੂਰ ਦਰਾਡੇ ਦੇ ਵਿੱਚ ਜਦ ਫੋਟੋਆਂ ਪਹੁੰਚੀਆਂ ਉਹਨਾਂ ਟਾਈਮਾਂ ਦੇ ਵਿੱਚ, ਪਰ ਉਸ ਟਾਈਮ ਕਹਿੰਦੇ ਇੱਕ ਨਵੀਂ ਜਿਹੜੀ ਸੀ ਉਹ ਖੇਡ ਇਹ ਚੱਲ ਪਈ ਕਿ ਜਿਹੜਾ ਭਗਤ ਸਿੰਘ ਪਹਿਲਾਂ ਫੋਟੋ ਬਣਾਉਂਦਾ ਸੀਗਾ ਉਸ ਨੇ ਕੀਤਾ ਸਾਡੇ ਇਸੇ ਫੋਟੋ ਦੀ ਹੈ ਨਾ ਨਕਲ ਕਰਕੇ ਜਿਹੜੀ ਸੀ ਇੱਕ ਫੋਟੋ ਬਣਾਈ ਤੇ ਫੋਟੋ ਬਣਾ ਕੇ ਉਸ ਫੋਟੋ ਦੀ ਰਜਿਸਟਰੀ ਕਰਾ ਕੇ ਤਾਂ ਹਿੰਦ ਸਮਾਚਾਰ ਦੇ ਵਿੱਚ ਇਸ਼ਤਿਹਾਰ ਦੇ ਦਿੱਤਾ। ਜਦ ਇਸ਼ਤਿਹਾਰ ਦਿੱਤਾ ਹੈਗਾ ਤੇ ਉਹਦੇ ਵਿੱਚ ਇਹ ਦੱਸ ਦਿੱਤਾ ਵੀ ਕੋਈ ਵੀ ਜਿਹੜੇ ਆਦਮੀ ਹੈਗਾ ਇਸ ਫੋਟੋ ਦੇ ਬੱਟੇ ਦੂਸਰੀ ਫੋਟੋ ਨਹੀਂ ਬਣਾ ਸਕਦਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਕਿ ਮੈਂ ਜਿਹੜਾ ਸੀ ਭਗਤ ਸਿੰਘ ਦੀ ਦੁਕਾਨ 'ਤੇ ਪਹੁੰਚਾ, ਉਹਦੇ ਨਾਲ ਗੱਲਬਾਤ ਕੀਤੀ ਵੀ ਆਹ ਤੇ ਫੋਟੋ ਜਿਹੜੀ ਸੀ ਸਾਨੂੰ ਬਾਬਾ ਈਸ਼ਰ ਸਿੰਘ ਹੁਣਾਂ ਨੇ ਦਿੱਤੀ ਸੀਗੀ, ਕਿਉਂਕਿ ਜਿਹੜੀ ਤੈਨੂੰ ਫੋਟੋ ਪਹਿਲੀ ਬਣਾਈ ਸੀ ਬਾਬਾ ਨਾਮ ਸਿੰਘ ਨੇ ਜ਼ਮੀਨ 'ਤੇ ਲਕੀਰਾਂ ਖਿੱਚ ਕੇ ਬਣਾਈ ਸੀਗੀ, ਪਰ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਸੀਗਾ ਕਿ ਇਹ ਜਿਹੜੀ ਬਾਬੇ ਨਾਨਕ ਦੀ ਫੋਟੋ ਹੈ ਇਸ 'ਤੇ ਕਿਸੇ ਇੱਕ ਦਾ ਅਧਿਕਾਰ ਨਹੀਂ ਆ, ਸੰਸਾਰ ਦੇ ਵਿੱਚ ਕੋਈ ਵੀ ਆਦਮੀ ਜਿਹੜਾ ਨਾ ਫੋਟੋ ਬਣਾ ਕੇ ਗਾਂ ਤੋਂ ਗਾਂ ਸੰਗਤਾਂ 'ਚ ਵੰਡ ਸਕਦਾ ਸੀ। ਇਸ ਕਰਕੇ ਬਹੁਤ ਸਾਰੇ ਗੁਰਸਿੱਖਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਬਣਾ ਕੇ ਸੰਗਤਾਂ ਵਿੱਚ ਵੰਡੀਆਂ ਹੈਗੀਆਂ, ਤੂੰ ਇਸ ਤਰ੍ਹਾਂ ਨਾ ਕਰ। ਪਰ ਕਹਿੰਦੇ ਜਦੋਂ ਅਸੀਂ ਭਗਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਉਲਟਾ ਜਿਹੜਾ ਸੀਗਾ ਭਗਤ ਸਿੰਘ ਜਿਹੜਾ ਸੀਗਾ ਬੋਲਣ ਲੱਗ ਪਿਆ ਕਿ ਐਸੇ ਬੋਲੇ ਜਿਹੜੇ ਬੜੇ ਅਜਰ ਸੀਗੇ। ਉਸ ਤੋਂ ਬਾਅਦ ਕਹਿੰਦੇ ਫਿਰ ਉਹਨੇ ਆਪ ਕੀ ਕੀਤਾ ਹੈਗਾ ਕਿ 420 ਦਾ ਜਿਹੜਾ ਮੁਕੱਦਮਾ ਸੀਗਾ ਉਹ ਕਰਕੇ ਤੇ ਮੇਰੀ ਦੁਕਾਨਾਂ ਤੋਂ 1200-1300 ਫੋਟੋ ਲੈ ਕੇ ਜਿਹੜਾ ਸੀਗਾ ਉਹ ਜਗਰਾਉਂ ਥਾਣੇ ਦੇ ਵਿੱਚ ਚਲੇ ਗਿਆ। ਜਦ ਚਲੇ ਗਿਆ ਕਹਿੰਦੇ ਫਿਰ ਗੱਲ ਕੀ ਸੀ, ਗੱਲ ਮੁਕੱਦਮੇ 'ਤੇ ਆ ਗਈ। ਇਹ ਮੁਕੱਦਮਾ ਸ਼ੁਰੂ ਹੋਇਆ। ਇਹ ਮੁਕੱਦਮਾ ਜਿਹੜਾ ਸੀਗਾ ਫੋਟੋ ਵਾਲਾ ਇਹ ਕਹਿੰਦੇ 13 ਸਾਲ ਚੱਲਿਆ, ਪਰ ਇਸ ਮੁਕੱਦਮੇ ਦੇ ਸ਼ੁਰੂ ਹੋਣ ਤੋਂ 8 ਸਾਲ ਬਾਅਦ ਭਗਤ ਸਿੰਘ ਦੀ ਮੌਤ ਹੋਈ। ਉਸ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਇਹ ਮੁਕੱਦਮਾ ਚੱਲਦਾ ਗਿਆ, ਲੇਕਿਨ ਅਖੀਰ ਜਿਹੜਾ ਸੀਗਾ ਇਹ ਮੁਕੱਦਮਾ ਕੋਰਟ ਨੇ ਜਿਹੜਾ ਸੀਗਾ ਉਹ ਭਾਈ ਗੁਰਮੁਖ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਦੇ ਦਿੱਤਾ। ਜਦ ਭਾਈ ਗੁਰਮੁਖ ਸਿੰਘ ਹੁਣਾਂ ਦੇ ਹੱਕ 'ਚ ਦਿੱਤਾ ਤੇ ਇਸ ਮੁਕੱਦਮੇ ਵਿੱਚ ਉਹਨਾਂ ਦੀ ਫਤਿਹ ਹੋਈ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।